ਚੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਠੀਕ ਹੈ ਜੀ, ਚੜ੍ਹਦੀ ਕਲਾ। ਸਭ ਤੋਂ ਪਹਿਲਾਂ ਆਪਣੇ ਮਾਤਾ ਜੀ ਦੀ ਸਿਹਤ ਬਾਰੇ ਜ਼ਰੂਰ ਦੱਸ। ਮਾਤਾ ਜੀ ਫੇਰ ਦਾਖਲਾ ਜੀ ਡੀਐਮਸੀ ਦੇ ਵਿੱਚ, ਤੇ ਪਿਛਲੇ ਕਈ ਦਿਨਾਂ ਤੋਂ ਤੇ ਇਲਾਜ ਚੱਲ ਰਿਹਾ, ਤੇ ਸਾਲ ਪਹਿਲਾਂ ਵੀ ਇਹੀ ਸਮੱਸਿਆ ਆਈ ਸੀ, ਤੇ ਮੇਰੀ ਫੇਰ ਬੇਨਤੀ ਉਹੀ ਹੈ ਕਿ ਅਰਦਾਸਾਂ ਕਰੋ ਉਹਨਾਂ ਦੀ ਤੰਦਰੁਸਤੀ ਦੇ ਲਈ, ਤੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਜੀ। ਅਸੀਂ ਜ਼ਰੂਰ ਸਾਰੇ ਅਰਦਾਸ ਕਰਾਂਗੇ ਤੇ ਅਸੀਂ ਅਰਦਾਸ ਕਰ ਵੀ ਰਹੇ ਹਾਂ, ਜਲਦੀ ਹੀ ਸਿਹਤਯਾਬ ਹੋ ਕੇ ਉਹ ਵਾਪਸ ਘਰ ਨੂੰ ਪਰਤਣਗੇ। ਤੁਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ। ਤੇ ਬਾਕੀ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਤੇ ਚੱਜ ਦੇ ਵਿਚਾਰ ਦੀ ਸਾਂਝ ਪਾਉਂਦੇ। ਦੇਖੋ ਜੀ, ਚੱਜ ਦਾ ਵਿਚਾਰ ਇਹ ਹੈ ਕਿ ਚੁਗਲੀ ਦੀ ਧਾਰ ਇੰਨੀ ਤਿੱਖੀ ਹੁੰਦੀ ਹੈ ਕਿ ਉਹ ਪੱਕੇ ਤੋਂ ਪੱਕੇ ਰਿਸ਼ਤੇ ਨੂੰ ਵੀ ਕੱਟਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਜੀ। ਤੇ ਸਿਆਣਿਆਂ ਦਾ ਇਹ ਕਹਿਣਾ ਸਹੀ ਹੈ, ਬਿਲਕੁਲ ਸਹੀ ਹੈ, ਕਿਉਂਕਿ ਅਸੀਂ ਦੇਖਿਆ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਚੁਗਲੀ ਉਹ ਰੋਲ ਅਦਾ ਕਰ ਜਾਂਦੀ ਹੈ, ਚੁਗਲੀ ਉਹ ਕੰਮ ਕਰ ਜਾਂਦੀ ਹੈ ਜਿਹਦੀ ਕਈ ਵਾਰ ਬੰਦਾ ਕਿਆਸ ਵੀ ਨਹੀਂ ਲਾਉਂਦਾ ਕਿ ਇਦਾਂ ਵੀ ਹੋ ਸਕਦਾ ਹੈ ਨਾ। ਔਰ ਟਾਣਾ ਸਾਹਿਬ, ਇਹ ਸੱਚਾਈ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤੇ ਚੁਗਲਖੋਰ ਹੀ ਲੱਭਦੇ ਨੇ। ਚਾਹੇ ਉਹ ਆਪਾਂ ਆਮ ਘਰਾਂ ਦੀ ਗੱਲ ਕਰ ਲਈਏ, ਮਹੱਲਿਆਂ ਦੀ ਗੱਲ ਕਰ ਲਈਏ, ਦਫ਼ਤਰਾਂ ਦੀ ਗੱਲ ਕਰ ਲਈਏ, ਕਿਸੇ ਵੀ ਥਾਂ ਦੀ ਗੱਲ ਕਰ ਲਈਏ, ਚੁਗਲਖੋਰਾਂ ਦੀ ਗਿਣਤੀ ਬਹੁਤਾਤ ਦੇ ਵਿੱਚ ਹੈ। ਪਰ ਇਹਦਾ ਇਹ ਵੀ ਇੱਕ ਸੱਚ ਹੈ ਕਿ ਚੁਗਲੀ ਕਰਕੇ ਕਦੀ ਕਿਸੇ ਨੇ ਕੁਝ ਪਾਇਆ ਨਹੀਂ ਆ। ਬਿਲਕੁਲ ਸਹੀ। ਕਦੇ ਕੋਈ ਵੀ ਰਾਜਾ ਨਹੀਂ ਬਣਿਆ, ਕਦੇ ਕੋਈ ਵੀ ਬਹੁਤ ਉੱਚੇ ਮੁਕਾਮ ਤੇ ਨਹੀਂ ਪਹੁੰਚਿਆ ਚੁਗਲੀਆਂ ਕਰ ਕਰਕੇ। ਰਹਿੰਦਾ ਉਹ ਉੱਥੇ ਕੀ ਆ, ਪਰ ਫਿਰ ਵੀ ਮਨ ਦੀ ਸੰਤੁਸ਼ਟੀ ਹੈ। ਕਿਸੇ ਨੂੰ ਕਿਸੇ ਤਰੀਕੇ ਹੁੰਦੀ ਹੈ, ਕਿਸੇ ਨੂੰ ਕਿਸੇ ਤਰੀਕੇ। ਬਿਲਕੁਲ ਸਹੀ ਗੱਲ ਹੈ। ਪਰ ਨਾ ਤੁਸੀਂ ਜਿੱਥੇ ਜਾਂਦੇ ਹੋ, ਜਿੱਥੇ ਵਿਚਰਦੇ ਹੋ, ਉੱਥੇ ਆਪਦੇ ਵਰਗਿਆਂ ਨੂੰ ਮਿਲਦੇ ਹੋ ਜੀ, ਤੇ ਬਹੁਤ ਕੁਝ ਮਨ ਦੇ ਵਿੱਚ ਆਉਣ ਲੱਗ ਜਾਂਦਾ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਡੀਐਮਸੀ ਦੇ ਵਿੱਚ ਰਹਿਣ ਦੇ ਕਰਕੇ ਜੋ ਕੁਝ ਮੈਂ ਲੋਕਾਂ ਦੀ ਉੱਥੇ ਹਾਲਤ ਦੇਖੀ, ਉਹ ਨਾ ਅੰਦਰਾਂ ਬਲੁੰਦਰਿਆ ਜਾਂਦਾ। ਬਿਲਕੁਲ ਸਹੀ। ਕਿਸੇ ਦੇ ਘਰ ਦੇ ਵਿੱਚ ਰੋਟੀ ਨਹੀਂ ਪੱਕਦੀ, ਪਰ ਉੱਥੇ ਲੱਖਾਂ ਰੁਪਈਆ ਲੱਗ ਰਿਹਾ। ਕੋਈ ਆਪਣਾ ਘਰ ਵੇਚ ਕੇ ਵੀ ਆ ਰਿਹਾ, ਕਿਸੇ ਨੇ ਵਿਆਜੂ ਪੈਸੇ ਫੜੇ ਆ, ਕੋਈ ਸਰਦਾ ਪੁੱਜਦਾ ਵੀ ਆ ਰਿਹਾ, ਕੋਈ ਕਿਵੇਂ ਕੋਈ ਕਿਵੇਂ। ਜਦੋਂ ਉੱਥੇ ਲੋਕਾਂ ਨੂੰ ਥੱਲੇ ਗਦੈਲੇ ਵਿਛਾ ਕੇ ਸੁੱਤੇ ਦੇਖਦੇ ਆ ਤਾਂ ਕਾਲਜੇ ਦਾ ਰੁੱਗ ਭਰਿਆ ਜਾਂਦਾ। ਹਾਲਾਂਕਿ ਉੱਥੇ ਜਦੋਂ ਬੰਦਾ ਕੋਈ ਵੀ ਜਾਂਦਾ, ਉੱਥੇ ਪੈਸਿਆਂ ਦੀਆਂ ਪੰਡਾਂ ਹੀ ਲੱਗਦੀਆਂ। ਤੁਹਾਨੂੰ ਸਿਰਫ ਇਹੀ ਗੱਲ ਕਹੀ ਜਾਂਦੀ ਹੈ 25,000 ਜਮ੍ਹਾਂ ਕਰਾ ਦਿਓ, 20 ਕਰਵਾ ਦਿਓ, 15 ਕਰਵਾ ਦਿਓ, 35 ਕਰਵਾ ਦਿਓ, ਇੰਨਾ ਕਰਵਾ ਦਿਓ, ਬਸ ਪੈਸੇ ਦੇਈ ਚੱਲੋ। ਬੰਦਾ ਤਾਂ ਬਸ ਪੈਸੇ ਇਕੱਠੇ ਕਰਨ ਦੇ ਰਹਿੰਦਾ, ਇਧਰੋਂ ਵੀ ਇਕੱਠੇ ਕਰ ਲਏ, ਇਧਰੋਂ ਵੀ ਲਿਆਵਾਂ, ਉਹ ਤੋਂ ਵੀ ਮੰਗ ਲਿਆਵਾਂ, ਉਹ ਤੋਂ ਵੀ ਮੰਗ ਲਿਆਵਾਂ। ਵੀ ਪਤਾ ਹੀ ਨਹੀਂ ਸਾਡੇ ਦੇਸ਼ ਦੇ ਵਿੱਚ ਜਿਹੜੀ ਸਿਹਤ ਪ੍ਰਣਾਲੀ ਆ, ਉਹਨੂੰ ਸਰਕਾਰਾਂ ਅਸਲ ਅਰਥਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਦੇ ਤੌਰ ਦੇ ਉੱਤੇ ਕਦੋਂ ਸਾਂਭਣਗੀਆਂ। ਬਿਲਕੁਲ ਸਹੀ। ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਨਾ ਟਾਣਾ ਸਾਹਿਬ, ਹੁਣ ਜਿਹੜਾ ਬੰਦਾ ਵਿਚਾਰਾ ਆਪਣੇ ਕੁਝ ਇੱਕ ਕੰਮਾਂ ਦੇ ਉੱਪਰ ਹੀ ਨਿਰਭਰ ਕਰਦਾ ਹੈ, ਜਿਹੜਾ ਬੰਦੇ ਨੂੰ ਇਹ ਹੈ ਕਿ ਮੈਂ ਜਿੰਨਾ ਕੁ ਮਹੀਨੇ ਦਾ ਕਮਾਉਣਾ ਉਹ ਕਦੀ ਬਿਜਲੀ ਦੇ ਬਿੱਲ 'ਚ ਚਲਾ ਗਿਆ, ਕਦੀ ਨਿਆਣਿਆਂ ਦੀ ਫੀਸ 'ਚ ਚਲਾ ਗਿਆ, ਕਦੀ ਹੋਰ ਜਿਹੜੇ ਖਰਚੇ ਨੇ ਉਹਨਾਂ ਦੇ ਵਿੱਚ ਚਲਾ ਗਿਆ, ਤਾਂ ਉਹ ਬੰਦੇ ਨੂੰ ਜਦੋਂ ਕਿਤੇ ਕੋਈ ਸਿਹਤ ਦੀ ਸਮੱਸਿਆ ਪੈਦਾ ਹੁੰਦੀ, ਸਭ ਤੋਂ ਵੱਡਾ ਫਿਕਰ ਹੀ ਇਹ ਹੁੰਦਾ ਕਿ ਆਖਿਰਕਾਰ ਮੈਂ ਖਰਚਾ ਕਿੱਥੋਂ ਕਰਨਾ ਹੈ ਨਾ। ਇਹ ਬੋਝ ਜਿਹੜਾ ਇਹ ਸਰਕਾਰਾਂ ਨੂੰ ਜ਼ਰੂਰ ਸਾਡੇ ਸਿਰਾਂ ਤੋਂ ਲਾਉਣਾ ਚਾਹੀਦਾ ਹੈ। ਆਖਿਰਕਾਰ ਉਹਨਾਂ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਨੇ। ਅਸੀਂ ਟੈਕਸ ਦੇ ਰਹੇ ਹਾਂ ਤਾਂ ਸਾਨੂੰ ਉਹਦੇ ਬਦਲੇ 'ਚ ਕੀ ਮਿਲ ਰਿਹਾ? ਬਿਲਕੁਲ ਜੀ, ਮੈਂ ਤਾਂ ਹੈਰਾਨ ਆ ਵੀ ਜਿਹੜਾ ਬੰਦਾ ਟੈਕਸ ਦਿੰਦਾ ਉਹਦਾ ਵੀ ਉਹ ਹਾਲ, ਜਿਹੜਾ ਨਹੀਂ ਦਿੰਦਾ ਉਹਦਾ ਵੀ ਉਹ ਹਾਲ। ਜੇ ਤਾਂ ਸਾਡੇ ਨੇਤਾ ਸਾਹਿਬ ਬਿਮਾਰ ਹੋ ਜਾਣ, ਉਹ ਤਾਂ ਅਮਰੀਕਾ 'ਚ ਵੀ ਇਲਾਜ ਕਰਵਾ ਲੈਣਗੇ, ਪਰ ਜਿਹੜੇ ਅਸੀਂ ਸਧਾਰਨ ਲੋਕ ਆ, ਸਾਡੀ ਤਾਂ ਪਹੁੰਚ ਉੱਥੋਂ ਤੱਕ ਹੀ ਹੈ ਨਾ। ਉੱਥੋਂ ਤੱਕ ਜਾਣ ਦੇ ਲਈ ਵੀ 20 ਪਾਸਿਓਂ ਓੜ-ਪੋੜ ਕਰਨੇ ਪੈਂਦੇ ਆ। ਕਿਸੇ ਤੋਂ ਧਾਰੇ ਮੰਗਣੇ, ਕਿਸੇ ਤੋਂ ਮਦਦ ਵੈਸੇ ਦੋਸਤ ਮਿੱਤਰ ਤੋਂ ਲੈਣੀ, ਕਿਸੇ ਤੋਂ ਵਿਆਜੂ ਚੱਕਣੇ। ਸੋ ਮੈਂ ਇੰਨਾ ਕੁਝ ਮਹਿਸੂਸ ਕੀਤਾ ਉੱਥੇ ਰਹਿ ਕੇ, ਵੀ ਪੁੱਛੋ ਕੁਝ ਨਾ। ਬਿਲਕੁਲ ਸਹੀ ਹੈ। ਜਦੋਂ ਤੁਸੀਂ ਵਿਚਰਦੇ ਹੋ, ਬਹੁਤ ਸਾਰੀਆਂ ਸੱਚਾਈਆਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਜਿਹਦੇ ਬਾਰੇ ਬੰਦਾ ਕਦੇ ਸੋਚਦਾ ਨਹੀਂ ਵੀ ਆਹ ਕੁਝ ਵੀ ਹੋ ਸਕਦਾ। ਸੋ ਖੈਰ, ਚੰਗੀ ਸਿਹਤ ਪ੍ਰਣਾਲੀ ਜ਼ਰੂਰ ਹੋਣੀ ਚਾਹੀਦੀ ਹੈ। ਤੇ ਬਾਕੀ ਟਾਣਾ ਸਾਹਿਬ, ਮੌਸਮ ਦੀ ਹਾਲ ਬਿਆਨ। ਮੌਸਮ ਪੰਜਾਬ ਦਾ ਜੀ ਠੀਕ ਆ। ਪੰਜਾਬ ਦੇ ਵਿੱਚ ਦਿਨ ਦੇ ਵੇਲੇ ਧੁੱਪ ਨਿਕਲਦੀ ਆ ਤੇ ਰਾਤ ਦੇ ਵੇਲੇ ਠੰਡ ਵਧੀ ਜਾਂਦੀ ਆ, ਤੇ ਪ੍ਰਦੂਸ਼ਣ ਆ ਜਿਹੜਾ ਉਹ ਪੰਜਾਬ ਦੇ ਵਿੱਚ ਕਾਫੀ ਵਧਿਆ ਹੋਇਆ, ਤੇ ਦਿੱਲੀ ਦੇ ਵਿੱਚ ਵੀ ਆ। ਦਿੱਲੀ ਦੇ ਵਿੱਚ ਤਾਂ ਪਤਾ ਲੱਗਾ ਜੀ, ਉੱਥੋਂ ਦੀ ਸਰਕਾਰ ਨੇ ਲੋਕਡਾਊਨ ਵਾਲੀ, ਤਾਲਾਬੰਦੀ ਵਾਲੀ ਸਥਿਤੀ ਪੈਦਾ ਕੀਤੀ ਹੈ। ਉਹ ਕਹਿੰਦੇ ਪ੍ਰਦੂਸ਼ਣ ਦੇ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਸਿਹਤ ਦੀਆਂ। ਸੋ ਪ੍ਰਦੂਸ਼ਣ ਦੇ ਕਾਰਨ ਲੱਭ ਕੇ, ਅਸਲ ਕਾਰਨ ਲੱਭ ਕੇ ਉਹਨਾਂ ਦੇ ਨਿਵਾਰਨ ਦੀ, ਉਹਨਾਂ ਦੇ ਹੱਲ ਦੀ ਬੜੀ ਵੱਡੀ ਜ਼ਰੂਰਤ ਹੈ। ਇੱਕ ਦੂਜੇ ਦੇ ਉੱਤੇ ਉਲਾਂਭੇ ਵੜਨ ਦੀ ਥਾਂ ਤੇ ਵੀ ਇਹ ਧੂੰਆਂ ਪਾਕਿਸਤਾਨੋਂ ਆ ਰਿਹਾ, ਇਹ ਧੂੰਆਂ ਪੰਜਾਬ ਦੀ ਪਰਾਲੀ ਦਾ ਹੈ, ਇਹ ਧੂੰਆਂ ਉਹਦਾ ਹੈ, ਇਹ ਧੂੰਆਂ ਇਹਦਾ ਹੈ, ਇਹਦੇ ਨਾਲੋਂ ਅਸਲ ਮੁੱਦੇ ਦੇ ਵੱਲ ਗੌਰ ਫਰਮਾਈ ਕਰਨੀ ਚਾਹੀਦੀ ਹੈ। ਬਿਲਕੁਲ ਸਹੀ। ਤੇ ਹੁਣ ਮੇਰੇ ਵਾਲੇ ਚਾਹੀਦੇ ਵਿਚਾਰ ਦੀ ਸਾਂਝ ਪਾਈਏ ਜੀ। ਅਸਲ 'ਚ ਇਨਸਾਨ ਟਾਣਾ ਸਾਹਿਬ ਜਿੱਥੋਂ ਵੀ ਸਿੱਖਣਾ ਚਾਹੇ ਉਹਨੂੰ ਸਿੱਖਣਾ ਚਾਹੀਦਾ ਨਾ। ਜਿੱਥੋਂ ਵੀ ਸਿੱਖਣ ਨੂੰ ਮਿਲੇ ਉੱਥੋਂ ਜ਼ਰੂਰ ਉਹਨੂੰ ਕੁਝ ਨਾ ਕੁਝ ਗ੍ਰਹਿਣ ਕਰਨਾ ਚਾਹੀਦਾ। ਅੱਜ ਮੈਂ ਭਾਂਡਿਆਂ ਦੀ ਗੱਲ ਕਰਨ ਲੱਗੀ ਹਾਂ। ਮੈਨੂੰ ਇਹ ਲੱਗਦਾ ਹੈ ਕਿ ਇਨਸਾਨ ਤੇ ਭਾਂਡਾ ਇੱਕੋ ਜਿਹਾ ਹੁੰਦਾ ਹੈ। ਜਦੋਂ ਕੋਈ ਭਾਂਡਾ ਗੰਦਾ ਹੋ ਜਾਵੇ ਤਾਂ ਆਪਾਂ ਅਕਸਰ ਵੇਖਦੇ ਹਾਂ ਕਿ ਭਾਂਡੇ ਨੂੰ ਅੰਦਰੋਂ ਜ਼ਿਆਦਾ ਸਾਫ਼ ਕਰਨਾ ਪੈਂਦਾ ਬਾਹਰ ਨਾਲੋਂ, ਹੈ ਨਾ। ਭਾਂਡੇ ਦੀ ਸਫਾਈ ਦੀ ਅੰਦਰੋਂ ਜ਼ਿਆਦਾ ਲੋੜ ਹੁੰਦੀ ਹੈ।
ਬਾਹਰ ਨਾਲੋਂ ਇਸੇ ਤਰ੍ਹਾਂ ਇਨਸਾਨ ਦਾ ਸਰੀਰ ਹੈ ਕਿ ਇਹਦੀ ਅੰਦਰੋਂ ਸਫਾਈ ਦੀ ਜ਼ਿਆਦਾ ਲੋੜ ਹੈ। ਹਾਲਾਂਕਿ ਅਸੀਂ ਤਵੱਜੋ ਬਾਹਰੀ ਸਫਾਈ ਨੂੰ ਦਿੰਦੇ ਆ, ਪਰ ਅੰਦਰੋਂ ਸਾਫ਼ ਹੋਵਾਂਗੇ ਤਾਂ ਚੰਗੇ ਵਿਚਾਰ ਆਉਣਗੇ, ਤੇ ਅੰਦਰੋਂ ਅਸੀਂ ਸਾਫ਼ ਸਿਰਫ ਤੇ ਸਿਰਫ ਕਿਤਾਬਾਂ ਪੜ੍ਹ ਕੇ ਹੋ ਸਕਦੇ ਆ, ਚੰਗੇ ਵਿਚਾਰਾਂ ਨਾਲ ਹੋ ਸਕਦੇ ਆ, ਚੰਗੇ ਲੋਕਾਂ ਨੂੰ ਸੁਣ ਕੇ, ਚੰਗੇ ਲੋਕਾਂ ਨਾਲ ਰਹਿ ਕੇ ਹੋ ਸਕਦੇ ਆ। ਸੋ ਜੇ ਅੰਦਰੇ ਨੂੰ ਸਾਫ਼ ਕਰਾਂਗੇ ਤਾਂ ਸਭ ਕੁਝ ਮੈਨੂੰ ਲੱਗਦਾ ਚੰਗਾ। ਬਿਲਕੁਲ ਜੀ, اخلاقی ਤੌਰ ਦੇ ਉੱਤੇ ਚੰਗੇ ਬਣਨਾ ਚਾਹੀਦਾ, ਨੈਤਿਕ ਤੌਰ ਦੇ ਉੱਤੇ ਜ਼ਿੰਮੇਵਾਰ ਬਣਨਾ ਚਾਹੀਦਾ। ਜੇਕਰ ਤੁਸੀਂ ਅੰਦਰੂਨੀ ਤੌਰ ਦੇ ਉੱਤੇ ਮਜ਼ਬੂਤ ਆ, ਵਿਚਾਰਾਂ ਦੇ ਪੱਖੋਂ ਅੰਦਰੋਂ ਸ਼ਿੰਗਾਰੇ ਹੋਏ ਆ, ਤੇ ਬਾਹਰਲੇ ਸ਼ਿੰਗਾਰ ਦੀ ਕੋਈ ਬੜੀ ਅਹਿਮੀਅਤ ਰਹਿ ਨਹੀਂ ਜਾਂਦੀ। ਸੋ ਕੋਸ਼ਿਸ਼ ਕਰੀਏ ਆਪਾਂ ਸਾਰੇ ਜਾਣੇ ਵੀ ਚੰਗੇ ਵਿਚਾਰਾਂ ਦੇ ਧਾਰਨੀ ਬਣਨਾ, ਤੇ ਐਵੇਂ ਕਿਸੇ ਦੇ ਲਈ ਫਜ਼ੂਲ ਕਿਸਮ ਦਾ ਆਪਾਂ ਵਕਤ ਨਾ ਕੱਢੀਏ ਵੀ ਭਾਈ ਉਹ ਮਾੜਾ, ਉਹ ਬਾਹਲਾ ਮਾੜਾ, ਇਹਨੇ ਆਹ ਕੀਤਾ, ਉਹਨੇ ਉਹ ਕੀਤਾ। ਲੋੜ ਇਸ ਗੱਲ ਦੀ ਹੈ ਕਿ ਮੈਂ ਕੀ ਕੀਤਾ, ਸਮਾਜ ਲਈ ਕੀ ਕੀਤਾ, ਆਪਣੇ ਆਲ ਦੁਆਲ ਤੇ ਗਲੀ ਗਵਾਂਢ ਵਾਸਤੇ ਕੀ ਕੀਤਾ। ਬਿਲਕੁਲ ਟਾਣਾ ਸਾਹਿਬ, ਅੱਜ ਕੱਲ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਕਿਹੜੀ? ਸੋਨੂ ਸੂਦ ਦੀ ਵੀਡੀਓ। ਕਿਉਂਕਿ ਲੋਕਾਂ ਨੇ ਇਹ ਖਿਆਸ ਲਾਈਆਂ ਹੁਣ ਤੱਕ ਲਾਈਆਂ ਸੀ ਕਿ ਸੋਨੂ ਸੂਦ ਨੂੰ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਚੰਗੇ ਲੱਗਦੇ ਨੇ। ਸੋਨੂ ਸੂਦ ਜਲਦੀ ਹੀ ਆਮ ਆਦਮੀ ਪਾਰਟੀ ਵੱਲ ਨੂੰ ਜਾਣਗੇ, ਉਹਨਾਂ ਦੀ ਭੈਣ ਜਲਦੀ ਹੀ ਆਮ ਆਦਮੀ ਪਾਰਟੀ ਦਾ ਲੜ ਫੜੇਗੀ, ਜਲਦੀ ਹੀ ਇਹ ਜਿਹੜਾ ਪਰਿਵਾਰ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੋ ਜਾਊਗਾ, ਹਨਾ। ਪਰ ਹੁਣ ਜਦੋਂ ਤੋਂ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਵੀ ਤਾਰੀਫ ਕਰ ਦਿੱਤੀ ਹੈ, ਉਸ ਤੋਂ ਬਾਅਦ ਹੁਣ ਲੋਕ ਦੁਚਿੱਤੀ ਚ ਰਹਿ ਕੇ ਇਹ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਹੱਥ ਫੜਨਗੇ ਜਾਂ ਫਿਰ ਅਰਵਿੰਦ ਕੇਜਰੀਵਾਲ ਹੋਰਾਂ ਦਾ। ਦੇਖੋ ਜੀ, ਆਸ ਤਾਂ ਇਹ ਕਰਨੀ ਬਣਦੀ ਹੈ ਕਿ ਸੋਨੂ ਸੂਦ ਹੋਰੀ ਖੁਦ ਰਾਜਨੀਤੀ ਦੇ ਵਿੱਚ ਨਹੀਂ ਆਉਣਗੇ, ਤੇ ਪਰਿਵਾਰ ਦੇ ਜੀਆਂ ਦੀ ਰਾਜਨੀਤੀ ਦੇ ਵਿੱਚ ਸ਼ਮੂਲੀਅਤ ਕਰਵਾਉਣਗੇ, ਦਾਖਲਾ ਕਰਵਾਉਣਗੇ ਜੀ। ਉਹਨਾਂ ਦੀ ਭੈਣ ਦਾ ਨਾਂ ਹੈਗਾ ਮਾਲਵਿਕਾ ਸੂਦ, ਉਹਨਾਂ ਦੇ ਵੱਲੋਂ ਚੋਣ ਲੜੀ ਜਾਊਗੀ। ਇਹ ਤਾਂ ਗੱਲ 100% ਦੀ ਹੈ, ਪਰ ਰੌਲਾ ਇਸ ਗੱਲ ਦਾ ਵੀ ਉਹ ਆਮ ਆਦਮੀ ਪਾਰਟੀ ਵੱਲੋਂ ਲੜਨਗੇ ਜਾਂ ਕਾਂਗਰਸ ਦੇ ਵੱਲੋਂ। ਮੈਨੂੰ ਜ਼ਾਤੀ ਤੌਰ ਦੇ ਉੱਤੇ ਇਹ ਲੱਗਦਾ ਜੀ ਕਿ ਉਹ ਕਾਂਗਰਸ ਦੇ ਵੱਲੋਂ ਲੜਨਗੇ, ਕਿਉਂਕਿ ਜੇਕਰ ਉਹਨਾਂ ਨੇ ਆਪ ਦੇ ਵੱਲੋਂ ਹੀ ਲੜਨੀ ਹੁੰਦੀ ਤਾਂ ਫਿਰ 14 ਤਰੀਕ ਨੂੰ ਮੋਗੇ ਦੇ ਵਿੱਚ ਆਉਣ ਦਾ ਪ੍ਰੋਗਰਾਮ ਸੀ ਅਰਵਿੰਦ ਕੇਜਰੀਵਾਲ ਦਾ, ਪਰ ਉਹਨਾਂ ਨੇ ਮੋਗਾ ਦੇ ਵਿੱਚ ਆਉਣ ਤੋਂ ਪਹਿਲਾਂ ਸੋਨੂ ਸੂਦ ਨੇ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੇ ਨਾਲ, ਚੰਨੀ ਦੇ ਨਾਲ ਗੁਪਤ ਮੀਟਿੰਗ ਕਰ ਲਈ। ਇਸ ਕਰਕੇ ਮੰਨਿਆ ਜਾ ਰਿਹਾ ਵੀ ਕੇਜਰੀਵਾਲ ਹੋਰੀ ਤਾਈਓ ਕਰਕੇ ਪੰਜਾਬ ਦੇ ਵਿੱਚ ਨਹੀਂ ਆਏ ਜਾਂ ਮੋਗੇ ਦੇ ਵੱਲ ਨਹੀਂ ਆਏ। ਉਸ ਤੋਂ ਅਗਲੀ ਗੱਲ ਇਹ ਵੀ ਚਰਚਾ ਸੋਨੂ ਸੂਦ ਦੀ ਰਾਜਨੀਤੀ ਦੇ ਵਿੱਚ ਆਉਣ ਦੀ ਜਾਂ ਟੱਬਰ ਦੇ ਜੀਆਂ ਨੂੰ ਲਿਆਉਣ ਦੀ ਉਦੋਂ ਛਿੜੀ ਸੀ ਜਦੋਂ ਕਈ ਮਹੀਨੇ ਪਹਿਲਾਂ ਕੇਜਰੀਵਾਲ ਨੇ ਤੇ ਸੋਨੂ ਸੂਦ ਨੇ ਇਕੱਠਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜੀ। ਬਿਲਕੁਲ ਸਹੀ। ਉਸ ਤੋਂ ਬਾਅਦ ਚਰਚਾ ਚੱਲ ਪਈ ਜੀ ਕਿ ਇਹ ਆਮ ਆਦਮੀ ਪਾਰਟੀ ਵੱਲ ਜਾਣਗੇ। ਫਿਰ ਪਿਛਲੇ ਦਿਨੀ ਸੋਨੂ ਸੂਦ ਨੇ ਗੱਲ ਕਹੀ ਸੀ ਕਿ ਜਿਹੜੇ ਲੋਕ ਰਾਜਨੀਤਿਕ ਲੋਕ ਚੋਣ ਮਨੋਰਥ ਪੱਤਰ ਦੇ ਵਿੱਚ ਵਾਅਦੇ ਕਰਦੇ ਆ, ਨਾਲ ਸਹੁੰ ਪੱਤਰ ਹੋਣਾ ਚਾਹੀਦਾ ਤੇ ਨਾਲ ਅਸਤੀਫਾ ਹੋਣਾ ਚਾਹੀਦਾ, ਵੀ ਜੇਕਰ ਮੈਂ ਇੰਨੇ ਸਮੇਂ 'ਚ ਕੀਤੇ ਹੋਏ ਵਾਅਦੇ ਪੂਰੇ ਨਾ ਕਰ ਸਕਿਆ ਤਾਂ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ। ਸੋ ਉਸ ਤੋਂ ਬਾਅਦ ਚਰਚਾ ਹੋਰ ਵੱਧ ਗਈ ਵੀ ਇਹ ਰਾਜਨੀਤੀ ਵਿੱਚ ਕੁੱਦਣਗੇ ਹੀ ਕੁੱਦਣਗੇ। ਹੁਣ ਉਹਨਾਂ ਨੇ ਚੰਨੀ ਨਾਲ ਵੀ ਮੀਟਿੰਗ ਕਰ ਲਈ ਹੈ, ਇਸ ਕਰਕੇ ਰੌਲਾ ਲੋਕਾਂ ਨੇ ਮਨ ਦੇ ਵਿੱਚ ਕੁਰਬਲ ਜਿਹੀ ਹੋਣ ਲੱਗ ਪਈ ਵੀ ਪਤਾ ਨਹੀਂ ਕਿਹੜੇ ਪਾਸੇ ਜਾਣਗੇ। ਪਰ ਮੈਨੂੰ ਲੱਗਦਾ ਵੀ ਸੋਨੂ ਸੂਦ ਦੀ ਭੈਣ ਹੈ ਜੋ ਉਹ ਮੋਗਾ ਤੋਂ ਕਾਂਗਰਸ ਦੇ ਵੱਲੋਂ ਚੋਣ ਲੜੂ ਜੀ। ਦੇਖੋ ਗੱਲ ਇਹ ਹੈ, ਕੋਈ ਕਿਸੇ ਵੀ ਪਾਰਟੀ ਦਾ ਹੱਥ ਫੜ ਸਕਦਾ, ਕੋਈ ਕਿਸੇ ਵੀ ਪਾਰਟੀ 'ਚ ਜਾ ਸਕਦਾ, ਪਰ ਗੱਲ ਤਾਂ ਉੱਥੇ ਹੀ ਆ ਜਾਂਦੀ ਹੈ ਨਾ ਕਿ ਪਹਿਲਾਂ ਵੀ ਬਹੁਤ ਸਾਰੇ ਲੋਕ ਪਾਰਟੀਆਂ ਦੇ ਹੋਏ ਨੇ, ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਵਾਅਦੇ ਵੀ ਕੀਤੇ ਨੇ, ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਗੱਲਾਂ ਵੀ ਕੀਤੀਆਂ ਨੇ ਰਾਜਨੀਤੀ ਨੂੰ ਬਦਲਣ ਦੀਆਂ। ਅਸਲ 'ਚ ਲੋਕ ਬਦਲ ਚਾਹੁੰਦੇ ਨੇ। ਕੋਈ ਵੀ ਕਿਸੇ ਵੀ ਪਾਰਟੀ 'ਚ ਆ ਕੇ ਬਦਲ ਲਿਆਵੇ, ਕੋਈ ਵੀ ਕਿਸੇ ਵੀ ਪਾਰਟੀ 'ਚ ਆ ਕੇ ਕੰਮ ਕਰੇ, ਕੋਈ ਵੀ ਕਿਸੇ ਵੀ ਪਾਰਟੀ 'ਚ ਆ ਕੇ ਪੰਜਾਬ ਦਾ ਭਵਿੱਖ ਸਵਾਰੇ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਨਾਲ ਜਿਹੜਾ ਉਹ ਜ਼ਰੂਰ ਸਹੀ ਹੋਣਾ ਚਾਹੀਦਾ ਹੈ, ਪੰਜਾਬ ਦੇ ਦਿਨ ਜ਼ਰੂਰ ਬਦਲਣੇ ਚਾਹੀਦੇ ਨੇ। ਬਾਕੀ ਪਾਰਟੀ ਕੋਈ ਵੀ ਹੋਵੇ ਕੋਈ ਨਾ ਹੋਵੇ, ਇਹ ਮੈਨੂੰ ਲੱਗਦਾ ਗੱਲ ਜਿਹੜੀ ਹੈ ਉਹ ਬਹੁਤੀ ਮਾਇਨੇ ਨਹੀਂ ਰੱਖਦੀ, ਕਿਉਂਕਿ ਸੋਨੂ ਸੂਦ ਇੱਕ ਮਸ਼ਹੂਰ ਚਿਹਰਾ, ਸਮਾਜ ਸੇਵੀ ਚਿਹਰਾ, ਵੱਡਾ ਕਲਾਕਾਰ ਆ, ਉਹਦੀ ਜਾਣ ਪਛਾਣ ਚੌਂ ਪਾਸੇ ਆ। ਇਸ ਕਰਕੇ ਸਾਰੀਆਂ ਹੀ ਪਾਰਟੀਆਂ ਉਹਨੂੰ ਆਪਣੇ ਵੱਲ ਖਿੱਚਣ ਨੂੰ ਫਿਰਦੀਆਂ। ਗੱਲ ਇਹ ਨਹੀਂ ਵੀ ਇਹਨਾਂ ਦੀ ਭੈਣ ਨੂੰ ਹੀ ਟਿਕਟ ਦੇਗੇ, ਗੱਲ ਇਹ ਹੈ ਵੀ ਭੈਣ ਨੂੰ ਟਿਕਟ ਦੇ ਕੇ ਬਾਕੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੋਨੂ ਸੂਦ ਕੋਲੋਂ ਪ੍ਰਚਾਰ ਵੀ ਕਰਵਾਏ। ਮਤਲਬ ਇਹ ਹੈ ਵੀ ਇੱਕ ਟਿਕਟ ਦੇ ਕੇ ਜੇਕਰ ਪੂਰੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਪ੍ਰਚਾਰ ਦਾ ਪ੍ਰਭਾਵ ਪੈ ਸਕਦਾ ਤਾਂ ਇੱਕ ਸੀਟ ਕੋਈ ਵੀ ਪਾਰਟੀ ਦੇਣ ਨੂੰ ਤਿਆਰ ਆ। ਹੁਣ ਇਹ ਦੇਖਣਾ ਸੋਨੂ ਸੂਦ ਨੇ ਅਸਲ ਦੇ ਵਿੱਚ ਉਹਨੇ ਦੋਨੋਂ ਆਪਣੇ ਜਿਹੜੇ ਆ ਉਹ ਦਰਵਾਜ਼ੇ ਖੋਲ ਕੇ ਰੱਖੇ ਆ, ਇਧਰੋਂ ਆਪ ਵਾਲੇ ਵੀ ਆ, ਇਧਰੋਂ ਕਾਂਗਰਸ ਵਾਲੇ ਵੀ ਆ। ਵੈਸੇ ਵੀ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਆ ਚੰਨੀ ਸਾਹਿਬ, ਉਹ ਆਮ ਆਦਮੀ ਦੀ ਸਰਕਾਰ ਇਹ ਸ਼ਬਦ ਕਹਿਣ ਲੱਗ ਪਏ ਆ, ਬਸ ਪਾਰਟੀ ਲਾਇਆ ਉਹਨਾਂ ਨੇ। ਜਿਹੜਾ ਕੁਝ ਕੇਜਰੀਵਾਲ ਹੋਰੀ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾ ਕਰਦੇ ਹੁੰਦੇ ਸੀ, ਉਹ ਅੱਜ ਕੱਲ੍ਹ ਚੰਨੀ ਸਾਹਿਬ ਕਰਦੇ ਆ। ਉਹ ਤੁਰੇ ਜਾਂਦੇ ਗਰੀਬ ਬੰਦੇ ਨੂੰ ਮਿਲਦੇ ਵੀ ਆ। ਉਹਨਾਂ ਨੇ ਦੋ ਇਸ ਗੱਲ ਦੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣੇ ਸ਼ੁਰੂ ਕੀਤੇ ਆ। ਇੱਕ ਤਾਂ ਇਹ ਆ ਵੀ ਕਾਂਗਰਸ ਦੇ ਵਿੱਚ ਜਿਹੜਾ VVIP ਸੱਭਿਆਚਾਰ ਉਹਦੇ ਨਾਲੋਂ ਨਖੇੜ ਕੇ ਰੱਖਤਾ ਖੁਦ ਨੂੰ ਵੀ ਭਾਈ ਆ ਦੇਖੋ ਇੱਕ ਮੁੱਖ ਮੰਤਰੀ ਜਿਹੜਾ 4.5 ਸਾਲ ਦਿਸਿਆ ਨਹੀਂ ਤੇ ਮੈਂ ਆਪਣੇ ਘਰ ਦੇ ਮੂਹਰੇ ਟੈਂਟ ਲਾ ਕੇ ਤੇ ਰੋਟੀ ਵੀ ਖੁਦ ਵਰਤਾਉਣਾ, ਲੰਗਰ ਵੀ ਖੁਦ ਛਕਾਉਣਾ। ਦੂਜੇ ਪਾਸੇ ਨਿਸ਼ਾਨਾ ਇਹ ਆ ਕਿ ਆਮ ਆਦਮੀ ਪਾਰਟੀ ਆ ਜਿਹੜੀ, ਉਹਦੇ ਵਾਲੇ ਸਾਰੇ ਢੰਗ ਤਰੀਕੇ ਅਸੀਂ ਅਪਣਾ ਲਏ ਆ। ਹੁਣ ਉਹ ਇਸ ਵਕਤ ਇਹਨਾਂ ਢੰਗ ਤਰੀਕਿਆਂ ਤੋਂ ਮੁਕਤ ਜੇ ਹੋ ਗਏ ਆ। ਸੋ ਆਮ ਆਦਮੀ ਪਾਰਟੀ ਦੀ ਸਰਗਰਮੀ ਜਿਹੜੀ ਘਟੀ ਹੋਈ ਆ, ਉਹਦਾ ਫਾਇਦਾ ਮੈਨੂੰ ਲੱਗਦਾ
ਵੀ ਚੰਨੀ ਹੋਰਾਂ ਦੇ ਤੌਰ ਤਰੀਕਿਆਂ ਨੂੰ ਵੱਧ ਹੋ ਰਿਹਾ। ਮੈਨੂੰ ਇਹ ਲੱਗਦਾ ਟਾਣਾ ਸਾਹਿਬ ਇਹ ਕਹਿਣਾ ਕੋਈ ਗਲਤ ਨਹੀਂ ਹੋਊਗਾ ਕਿ ਆਮ ਆਦਮੀ ਪਾਰਟੀ ਤੋਂ ਬਾਕੀ ਪਾਰਟੀਆਂ ਨੇ ਬਹੁਤ ਕੁਝ ਸਿੱਖ ਲਿਆ, ਪਰ ਬਾਕੀ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਨਹੀਂ ਕੁਝ ਸਿੱਖ ਸਕਦੀ। ਨਹੀਂ, ਪਰ ਬਾਕੀ ਪਾਰਟੀਆਂ ਤੋਂ ਬੇਸ਼ੱਕ ਆਮ ਆਦਮੀ ਪਾਰਟੀ ਕੁਝ ਨਾ ਵੀ ਸਿੱਖੇ, ਉਹਦੀ ਪਛਾਣ ਹੀ ਇਸ ਗੱਲ ਦੇ ਕਰਕੇ ਰਹੀ ਆ, ਜਾਂ ਕੁਝ ਹੱਦ ਤੱਕ ਹੁਣ ਵੀ ਆ, ਵੀ ਭਾਈ ਉਹਨੇ ਬਾਕੀ ਪਾਰਟੀਆਂ ਵਾਲੀਆਂ ਗੱਲਾਂ ਆਪਣੇ ਅੰਦਰ ਨਹੀਂ ਲਾਈਆਂ। ਜੀ, ਪਰ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਜਿਵੇਂ ਬਾਕੀ ਪਾਰਟੀਆਂ ਬਹੁਤ ਸਰਗਰਮ ਹੋ ਕੇ ਹੁਣ ਵਿਚਰ ਰਹੀਆਂ ਨੇ, ਬਾਕੀ ਪਾਰਟੀਆਂ ਨੇ ਆਪਣੇ ਜਿਹੜੇ ਨੁਮਾਇੰਦੇ ਨੇ ਐਲਾਨਣੇ ਸ਼ੁਰੂ ਕਰਤੇ ਨੇ, ਪਰ ਆਮ ਆਦਮੀ ਪਾਰਟੀ ਇਸ ਕੰਮ 'ਚ ਫਾਡੀ ਆ, ਕਿਤੇ ਵੀ ਸਰਗਰਮ ਉਹਨੇ ਨਹੀਂ ਹੈ ਜਿੰਨੀਆਂ ਬਾਕੀ ਪਾਰਟੀਆਂ ਨੇ, ਤੇ ਮੁੱਖ ਮੰਤਰੀ ਦਾ ਚਿਹਰਾ ਅਜੇ ਤੱਕ ਨਹੀਂ ਐਲਾਨਿਆ। ਬਿਲਕੁਲ ਜੀ, ਪਤਾ ਨਹੀਂ ਕਿਹੜਾ ਚਿਹਰਾ ਹੋਊਗਾ ਐਸਾ। ਭਗਵੰਤ ਮਾਨ ਹੋਰਾਂ ਨੂੰ ਐਲਾਨ ਨਹੀਂ ਰਹੇ, ਹੋਰ ਕੋਈ ਚਿਹਰਾ ਲੱਭ ਨਹੀਂ ਰਿਹਾ, ਨਵਾਂ ਚਿਹਰਾ ਕੋਈ ਸ਼ਾਇਦ ਕਬੂਲ ਨਾ ਕੀਤਾ ਜਾਵੇ, ਤੇ ਪਤਾ ਨਹੀਂ ਅੰਦਰ ਖਾਤੇ ਕੀ ਚੱਲਦਾ ਹੋਊਗਾ ਜਿਹਦੇ ਕਰਕੇ ਪੱਤੇ ਨਹੀਂ ਖੋਲੇ ਜਾ ਰਹੇ। ਪਤਾ ਨਹੀਂ ਉਡੀਕ ਕਿਹਦੀ ਹੈ। ਰਾਣਾ ਸਾਹਿਬ ਹੁਣ ਸਾਬਕਾ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਗੱਲ ਕਰ ਲਈਏ। ਉਹ ਕਹਿੰਦਾ ਵੀ ਜੋ ਮਰਜ਼ੀ ਹੋ ਜਾਏ ਹੁਣ ਨਹੀਂ ਮੁੜਦਾ ਮੈਂ, ਜਿਵੇਂ ਮਰਜ਼ੀ ਤੁਸੀਂ ਜੋ ਮਰਜ਼ੀ ਕਰ ਲਓ, ਹੁਣ ਕਾਂਗਰਸ ਨੂੰ ਓਕੇ ਟਾਟਾ ਬਾਏ ਬਾਏ, ਮੈਂ ਨਹੀਂ ਮੁੜਦਾ। ਦੇਖੋ ਗੱਲ ਇਹ ਆ ਵੀ ਜਦੋਂ ਉਹ ਕਾਂਗਰਸ ਦੇ ਵਿੱਚ ਹੀ ਸੀ, ਉਹ ਉਦੋਂ ਵੀ ਨਹੀਂ ਕਿਸੇ ਨੂੰ ਦਿਸੇ, ਤੇ ਉਹ ਕਾਂਗਰਸ ਦੇ ਵਿੱਚ ਹੁਣ ਨਹੀਂ ਜੀ, ਤੇ ਉਹ ਉਦੋਂ ਵੀ ਨਹੀਂ ਕਿਸੇ ਨੂੰ ਦਿਸ ਰਹੇ। ਮੈਨੂੰ ਕਦੇ ਕਦੇ ਇਉਂ ਲੱਗਦਾ ਵੀ ਕੈਪਟਨ ਸਾਹਿਬ ਸਮਝੀ ਬੈਠੇ ਵੀ ਹਾਲੇ 2.5-3 ਸਾਲਾਂ ਨੂੰ ਵੋਟਾਂ ਪੈਣੀਆਂ, ਸ਼ਾਇਦ, ਜਦ ਕਿ ਵੋਟਾਂ 2-2.5 ਮਹੀਨਿਆਂ ਬਾਅਦ ਹੀ ਆ, ਉਹਨਾਂ ਨੂੰ ਕੋਈ ਚੇਤੇ ਨਹੀਂ ਕਰਵਾ ਰਿਹਾ। ਉਹ ਪਹਿਲਾਂ ਵੀ ਗੱਲ ਇਹੀ ਕਰਦੇ ਹੁੰਦੇ ਸੀ ਕਿ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ, ਫਿਰ ਲੱਭਦੇ ਨਹੀਂ ਸੀ, ਤੇ ਹੁਣ ਵੀ ਉਹੀ ਢੰਗ ਤਰੀਕਾ ਕਿ ਜੀ ਅਸੀਂ ਕਿਸਾਨੀ ਮਸਲਾ ਹੱਲ ਹੋਣ ਤੋਂ ਬਾਅਦ ਹੀ ਭਾਜਪਾ ਨਾਲ ਗੱਠਜੋੜ ਕਰਾਂਗੇ, ਇਹ ਗੱਲ ਕਹਿ ਕੇ ਹਫ਼ਤੇ ਲਈ ਗਾਇਬ। ਫਿਰ ਉਹ ਕਹਿੰਦੇ ਜੀ 117 ਸੀਟਾਂ ਦੇ ਉੱਤੇ ਹੀ ਚੋਣ ਲੜਾਂਗੇ ਕਹਿ ਕੇ ਫੇਰ ਗਾਇਬ। ਨਵਜੋਤ ਸਿੰਘ ਸਿੱਧੂ ਜਿੱਥੋਂ ਵੀ ਖੜੇਗਾ ਇਹਨੂੰ ਹਰਾਉਣ ਦੇ ਲਈ ਪੂਰਾ ਤਾਣ ਲਾ ਦੇਾਂਗੇ, ਫੇਰ ਗਾਇਬ। ਫਿਰ ਉਹ ਅਚਾਨਕ ਸਾਹਮਣੇ ਆਉਂਦੇ ਆ ਕਿ ਦੇਖੋ ਜੀ ਪੰਜਾਬ ਦੇ ਲੋਕਾਂ ਦੇ ਵਡੇਰੇ ਹਿੱਤਾਂ ਵਾਸਤੇ ਮੈਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਆ, ਫੇਰ ਗਾਇਬ। ਫਿਰ ਪਾਰਟੀ ਦਾ ਅਦਬ ਚੱਦਾ ਜਿਹਾ ਨਾਂ ਐਲਾਨ ਕੇ ਫੇਰ ਗਾਇਬ। ਤੇ ਹਾਲੇ ਤੱਕ ਇਹ ਨਹੀਂ ਸਮਝ ਆਉਂਦੀ ਵੀ ਕੈਪਟਨ ਸਾਹਿਬ ਕਦੋਂ ਸਰਗਰਮ ਹੋਣਗੇ, ਜਾਂ ਉਹ ਇਹ ਸਮਝ ਬੈਠੇ ਵੀ ਮੇਰੇ ਸਰਗਰਮ ਹੋਣ ਦੇ ਨਾਲ ਹੁਣ ਫਾਇਦਾ ਕੀ ਹੋਣਾ। ਜੀ ਬਿਲਕੁਲ, ਨਾਲੇ ਗੱਲ ਇਹ ਹੈ ਨਾ ਕੈਪਟਨ ਸਾਹਿਬ ਸਿਰਫ ਕੁਝ ਕੁ ਮੁੱਦਿਆਂ ਤੇ ਹੀ ਬੋਲਦੇ ਨੇ ਇਸ ਵੇਲੇ, ਚਾਹੇ ਉਹ ਬੀਐਸਐਫ ਦਾ ਮੁੱਦਾ ਹੋਵੇ ਜਾਂ ਕਿਸਾਨੀ ਸੰਘਰਸ਼ ਦੀ ਗੱਲ ਹੋਵੇ ਜਾਂ ਨਵਜੋਤ ਸਿੰਘ ਸਿੱਧੂ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਹੋਰੀ ਕੋਈ ਗੱਲ ਨਹੀਂ ਕਰ ਰਹੇ। ਹਾਂ, ਬਹੁਤੀ ਹੱਦਾਂ ਤੋਂ ਚੌਥੀ ਗੱਲ ਇਹ ਕਰਨਗੇ ਕਿ ਮੈਂ ਆਪਣੀ ਪਾਰਟੀ ਬਣਾਉਂਗਾ ਤੇ ਕਾਂਗਰਸ ਨੂੰ ਟਾਟਾ ਬਾਏ ਬਾਏ, ਹੈ ਨਾ। ਇਸ ਤੋਂ ਇਲਾਵਾ ਜਿੰਨੀ ਸਰਗਰਮੀ ਉਹਨਾਂ ਦੀ ਹੋਣੀ ਚਾਹੀਦੀ ਹੈ ਉਹ ਕਿਤੇ ਨਹੀਂ ਨਜ਼ਰ ਆ ਰਹੀ, ਕਿਉਂਕਿ ਗੱਲ ਇਹ ਹੈ ਕਿ ਤੁਸੀਂ ਇੱਕ ਤਾਂ 4.5 ਸਾਲ ਲੋਕਾਂ ਨੂੰ ਨਹੀਂ ਮਿਲੇ, ਉਹਨਾਂ ਨੂੰ ਨਹੀਂ ਤੁਸੀਂ ਆਪਣੀ ਸ਼ਕਲ ਦਿਖਾਈ, ਤੇ ਉੱਤੋਂ ਹੁਣ ਤੁਸੀਂ ਇਹ ਕਿਆਸ ਰਾਈ ਲਾਈ ਬੈਠੇ ਹੋ ਕਿ ਮੈਂ ਤਾਂ ਸਾਰਾ ਕੁਝ ਕਰਕੇ ਵੀ ਇਹਨਾਂ ਨੂੰ ਕਾਂਗਰਸੀਆਂ ਨੂੰ ਹਰਾ ਦਊਂਗਾ ਤੇ ਮੈਂ ਮੋਹਰੇ ਆ ਜਾਊਂਗਾ, ਤੇ ਇਦਾਂ ਬੈਠੇ ਬਿਠਾਏ ਗੱਲਾਂ ਕਰਨਾ। ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਜੀ, ਮਿਲੇ। ਉਸ ਤੋਂ ਪਹਿਲਾਂ ਡਾਕਟਰ ਰਾਜਕੁਮਾਰ ਵੇਰਕਾ ਨੇ ਇਹ ਗੱਲ ਕਹੀ ਕਿ ਕੈਪਟਨ ਦਾ ਅਸਲ ਟਿਕਾਣਾ ਕਾਂਗਰਸੀ ਆ, ਉਹ ਆ ਵੀ ਸਕਦੇ ਆ। ਇਹਨਾਂ ਗੱਲਾਂ ਤੋਂ ਬਾਅਦ ਚਰਚਾ ਜ਼ੋਰ ਫੜ ਗਈ ਵੀ ਉਹ ਕਾਂਗਰਸ ਦੇ ਵਿੱਚ ਆਉਣਗੇ, ਘਰ ਵਾਪਸੀ ਹੋਣੀ ਹੈ ਜੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਵੀ ਗਾਂਧੀ ਪਰਿਵਾਰ ਦੇ ਨਾਲ ਮੇਰੀ ਕੋਈ ਗੱਲ ਨਹੀਂ, ਕਿਸੇ ਨਾਲ ਗਾਂਧੀ ਪਰਿਵਾਰ ਦੇ ਜੀ ਨਾਲ ਮੇਰੀ ਗੱਲ ਨਹੀਂ ਹੋ ਰਹੀ। ਅਸੀਂ ਤਾਂ ਜਿਹੜਾ ਚੋਣ ਕਮਿਸ਼ਨ ਆ ਉਹਦੇ ਕੋਲੋਂ ਪਾਰਟੀ ਰਜਿਸਟਰਡ ਕਰਵਾਉਣ ਦੇ ਲਈ, ਚੋਣ ਨਿਸ਼ਾਨ ਲੈਣ ਦੇ ਲਈ, ਪੰਜਾਬ ਦੇ ਵਿੱਚ ਜਥੇਬੰਦਕ ਢਾਂਚਾ ਉਸਾਰਨ ਦੇ ਲਈ ਆਪਦੀ ਮਿਹਨਤ ਕਰ ਰਹੇ ਆ, ਪਰ ਮਿਹਨਤ ਕਰਦੇ ਵੀ ਕਿਤੇ ਨਹੀਂ ਦਿਸਦੇਗੇ। ਸੋ ਇਹ ਪਤਾ ਨਹੀਂ ਕਿਹੜੀ ਮਿਹਨਤ ਆ ਜਿਹੜੀ ਕਿ ਨਾ ਤਾਂ ਪਹਿਲਾਂ ਦਿਸੀ ਆ ਤੇ ਨਾ ਹੀ ਕੈਪਟਨ ਸਾਹਿਬ ਦੀ ਮਿਹਨਤ ਅੱਜ ਨਜ਼ਰ ਆ ਰਹੀ ਹੈ। ਜੀ ਬਿਲਕੁਲ, ਤੇ ਜੇ ਏਦਾਂ ਹੀ ਮਿਹਨਤ ਕਰਦੇ ਰਹੇ, ਏਦਾਂ ਹੀ ਦਿਨ ਰਾਤ ਇੱਕ ਕਰਦੇ ਰਹੇ, ਤਾਂ ਹੌਲੀ ਹੌਲੀ ਕੈਪਟਨ ਸਾਹਿਬ ਨੂੰ ਵੀ ਲੋਕ ਭੁੱਲ ਜਾਣਗੇ, ਕਿਉਂਕਿ ਤੁਹਾਨੂੰ ਪਤਾ ਸਾਡੇ ਲੋਕਾਂ ਨੂੰ ਤਾਂ ਅੱਗੇ ਹੀ ਥੋੜੀਆਂ ਹੀ ਚੀਜ਼ਾਂ ਚੇਤੇ ਰਹਿੰਦੀਆਂ ਨੇ, ਤਾਜ਼ੀਆਂ ਚੀਜ਼ਾਂ ਅਸੀਂ ਚੇਤੇ ਰੱਖਦੇ ਆ, ਬਾਕੀ ਸਾਰਾ ਕੁਝ ਅਸੀਂ ਫਟ ਵਿਸਾਰ ਦਿੰਦੇ ਆ। ਸੋ ਜੇ ਏਦਾਂ ਹੀ ਮਿਹਨਤ ਕਰਦੇ ਰਹੇ ਦਿਨ ਰਾਤ ਇੱਕ ਕਰਕੇ, ਤੇ ਕੈਪਟਨ ਸਾਹਿਬ ਨੂੰ ਵੀ ਲੋਕ ਭੁੱਲ ਜਾਣਗੇ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਵੀ ਜੋ ਵੀ ਕਰਨਾ, ਹਾਲਾਂਕਿ ਲੋਕਾਂ ਨੂੰ ਤਾਂ ਪਤਾ ਹੀ ਹੈ ਵੀ ਆਪਾਂ ਕੀ ਕਰਨਾ, ਪਰ ਜਿਹੜਾ ਤੁਸੀਂ ਸੋਚਦੇ ਵੀ ਭਾਈ ਮੈਂ ਤਾਂ ਆਹ ਕਰਨਾ, ਉਹ ਕੁਝ ਕਰਕੇ ਤਾਂ ਦਿਖਾਇਆ ਜਾਵੇ ਜੀ। ਹੁਣ ਤਾਂ ਬਾਕੀ ਜਿਹੜੇ ਛੋਟੇ ਦਲ ਆ ਉਹ ਵੀ ਸਰਗਰਮੀ ਫੜ ਰਹੇ ਆ, ਤੇ ਆਪਾਂ ਖੜਨਾ ਕਦੋਂ ਆ, ਤੇ ਆਪਾਂ ਬਹਿਣਾ ਕਦੋਂ ਆ, ਤੇ ਆਪਾਂ ਤੁਰਨਾ ਕਦੋਂ ਆ, ਹਾਲੇ ਤੱਕ ਆਪਾਂ ਇਸ ਗੱਲ ਨੂੰ ਨਹੀਂ ਸਮਝ ਸਕੇ। ਸੋ ਕੈਪਟਨ ਸਾਹਿਬ ਨੂੰ ਚਾਹੀਦਾ ਵੀ ਜੋ ਕੁਝ ਪਿਛਲੇ ਵੇਲੇ 'ਚ ਨਹੀਂ ਕਰ ਸਕੇ ਉਹਦੇ ਲਈ ਜਨਤਾ ਦੇ ਮੂਹਰੇ ਆ ਕੇ ਕਹਿ ਦਿੱਤਾ ਜਾਵੇ ਜੀ ਕਿ ਮੇਰੇ ਤੋਂ ਹੋਇਆ ਨਹੀਂ, ਤੇ ਆ ਮੈਂ ਕਰਨਾ ਚਾਹੁੰਦਾ, ਇੱਕ ਵਾਰ ਮੇਰੇ ਤੇ ਕੋਸ਼ਿਸ਼ ਕਰੋ, ਜੇ ਮਾੜੇ ਮੋਟਾ ਯਕੀਨ ਕਰ ਲਓ ਤਾਂ। ਜੀ ਬਾਕੀ ਲੋਕਾਂ ਦੇ ਹੱਥ ਹੈ ਟਾਣਾ ਸਾਹਿਬ, ਹੈ ਤਾਂ ਲੋਕਾਂ ਦੇ ਹੱਥ, ਪਰ ਲੋਕ ਵੀ ਇਸ ਵੇਲੇ ਸ਼ਸ਼ੋਪੰਚ ਪਏ ਆ ਜੀ। ਬਿਲਕੁਲ, ਬਈ ਕਿਸਾਨੀ ਮਸਲਾ ਹੱਲ ਕੌਣ ਕਰਵਾਊ, ਕਦੋਂ ਕਰਵਾਊ, ਕੀ ਇਹ ਹੱਲ ਹੋ ਜੂ, ਕੀ ਜਿਵੇਂ ਕਿਸਾਨ ਚਾਹੁੰਦੇ ਉਵੇਂ ਹੀ ਹੱਲ ਹੋ, ਕੀ ਤਿੰਨੇ ਕਾਨੂੰਨ ਰੱਦ ਹੋਣਗੇ, ਕੀ ਬੀਜੇਪੀ ਦੇ ਵੱਲੋਂ ਕੁਝ ਨਾ ਕੁਝ ਇਸ ਮਾਮਲੇ ਤੇ ਸੋਚਿਆ ਜਾਊਗਾ, ਜਾਂ ਫਿਰ ਇਹ ਮਾਮਲਾ ਲਟਕਦਾ ਰਹੂਗਾ। ਇਹਨਾਂ ਸਾਰੀਆਂ ਗੱਲਾਂ ਨੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਦੇ ਵਿੱਚ ਵੀ ਵਾਧਾ ਕੀਤਾ। ਬਿਲਕੁਲ ਸਹੀ। ਟਾਣਾ ਸਾਹਿਬ ਕਿਸਾਨੀ ਸੰਘਰਸ਼ ਦਾ ਜ਼ਿਕਰ ਤੁਸੀਂ ਕੀਤਾ, ਤੇ ਆਪਾਂ ਪਹਿਲਾਂ ਉਹਦੇ ਬਾਰੇ ਗੱਲ ਕਰ ਲਈਏ। 1 ਸਾਲ ਹੋ ਚੱਲਿਆ। ਹਾਂ ਬਿਲਕੁਲ ਜੀ, 1 ਸਾਲ ਹੋ ਚੱਲਿਆ। ਆ ਦੇਖੋ 26 ਤਰੀਕ ਨੂੰ 1 ਸਾਲ ਹੋ ਜਾਣਾ ਜੀ, ਤੇ ਦਿਨ ਸਾਰੇ 10 ਕੁ ਰਹਿ ਗਏ ਆ ਵਿਚਾਲੇ। ਇਸ 1 ਸਾਲ ਦੇ ਵਿੱਚ ਬੜਾ ਕੁਝ ਗਵਾਇਆ ਵੀ ਆ, ਆਪਣੇ ਭੈਣ ਭਰਾਵਾਂ ਦੇ ਰੂਪ ਦੇ ਵਿੱਚ ਬਹੁਤ ਕੁਝ ਹੰਡਾਇਆ। ਘਰ ਛੱਡਣਾ ਸੌਖਾ ਕੰਮ ਨਹੀਂ ਹੁੰਦਾ, ਛੱਡਿਆ ਵੀ ਆ।
ਆਪਦੇ ਟੱਬਰ ਟੀਰ ਤੋਂ ਦੂਰ ਰਹਿਣਾ ਸੌਖਾ ਕੰਮ ਨਹੀਂ ਹੁੰਦਾ, ਉਹ ਰਹੇ ਵੀ ਆ। ਆਪਦੀਆਂ ਜ਼ਮੀਨਾਂ ਤੋਂ ਜ਼ਿਹਨੀ ਤੌਰ ਦੇ ਉੱਤੇ ਦੂਰ ਨਹੀਂ, ਪਰ ਖੇਤਾਂ ਦੇ ਵਿੱਚੋਂ ਨਿਕਲ ਕੇ ਛੇਤੀ ਕੰਮ ਨਿਬੇੜ ਕੇ ਬਾਰਡਰਾਂ ਦੇ ਉੱਤੇ ਪਹੁੰਚੇ ਆ। ਇਹਨਾਂ ਗੱਲਾਂ ਨੂੰ, ਇਸ ਪੀੜ ਨੂੰ, ਇਸ ਸੰਤਾਪ ਨੂੰ, ਇਸ ਸੰਘਰਸ਼ ਨੂੰ ਤੇ ਇਸ ਜਜ਼ਬੇ ਨੂੰ ਸਿਰਫ ਉਹੀ ਸੋਚ ਸਮਝ ਤੇ ਮਹਿਸੂਸ ਸਕਦਾ ਜਿਹੜਾ ਬੰਦਾ ਥੋੜਾ ਜਿਹਾ ਸਿਰ ਤੋਂ ਕੰਮ ਲੈਣ ਵਾਲਾ ਹੋਵੇ। ਬਿਲਕੁਲ ਸਹੀ ਹੈ, ਬਿਲਕੁਲ। ਕਿਉਂਕਿ ਆਪਾਂ ਹੁਣ ਤੇ ਖਬਰਾਂ ਪੜ੍ਹਦੇ ਰਹੇ ਹਾਂ ਟਾਣਾ ਸਾਹਿਬ, ਆਪਾਂ ਉੱਥੇ ਜਾ ਕੇ ਵੀ ਵੇਖਿਆ ਹੈ ਨਾ। ਖਬਰਾਂ ਪੜ੍ਹਨੀਆਂ ਤੇ ਜਾ ਕੇ ਉਹਨਾਂ ਦੇ ਵਿੱਚ ਵਿਚਰ ਕੇ ਵੇਖਣਾ, ਜ਼ਮੀਨ ਅਸਮਾਨ ਦਾ ਫਰਕ ਹੈ। ਤੁਹਾਡੇ ਬਦੋਬਦੀ ਅੱਖਾਂ ਦੇ ਵਿੱਚੋਂ ਪਰਲ ਪਰਲ ਅਥਰੂ ਜਿਹੜੇ ਉਹ ਵਹਿ ਨਿਕਲਦੇ ਨੇ ਜਦੋਂ ਤੁਸੀਂ ਵੇਖਦੇ ਹੋ ਆਪਣੇ ਬਜ਼ੁਰਗਾਂ ਨੂੰ, ਭੈਣ ਭਰਾਵਾਂ ਨੂੰ ਇਸ ਤਰੀਕੇ ਨਾਲ ਸੜਕਾਂ ਦੇ ਉੱਪਰ ਉਹਨਾਂ ਨੇ ਦਿਨ ਰਾਤ ਇੱਕ ਕਰ ਦਿੱਤਾ। ਠੰਡ ਹੰਡਾਈ, ਗਰਮੀ ਹੰਡਾਈ, ਮੀਂਹ ਤੱਕ ਉੱਥੇ ਝੱਲੇ ਨੇ, ਸਾਰਾ ਕੁਝ ਉੱਥੇ ਝੱਲਿਆ। 1 ਸਾਲ ਪੂਰਾ ਹੋ ਗਿਆ। ਮੈਂ ਕਹਿੰਦੀ ਕੋਈ ਪੱਥਰ ਦਿਲ ਵੀ ਹੋਵੇ ਤਾਂ ਉਹ ਵੀ ਪਿਘਲ ਜੇ ਇੰਨਾ ਕੁਝ ਵੇਖ ਕੇ ਕਿ ਅਸੀਂ ਉੱਥੇ ਬੱਚਿਆਂ ਨੂੰ ਵੀ ਵੇਖਿਆ, ਉੱਥੇ ਭੈਣਾਂ ਨੂੰ ਵੀ ਵੇਖਿਆ, ਬਜ਼ੁਰਗਾਂ ਨੂੰ ਵੀ ਵੇਖਿਆ। ਹਰ ਉਮਰ ਵਰਗ ਦੇ ਲੋਕ ਉੱਥੇ ਬੈਠੇ ਹੋਏ ਸੀ, ਹਰ ਇੱਕ ਸੂਬੇ ਤੋਂ, ਹਨਾ। ਭਾਰਤ ਦੇ ਮੋਸਟਲੀ ਜਿੰਨੇ ਵੀ ਸੂਬੇ ਨੇ ਉਹਨਾਂ ਦੇ ਵਿੱਚੋਂ ਲੋਕ ਉੱਥੇ ਆਏ। ਇਹ ਉਹੀ ਕਿਸਾਨ ਨੇ, ਉਹੀ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਕੁਰਸੀਆਂ ਦਿੱਤੀਆਂ ਤੇ ਅੱਜ ਉਹ ਆਪ ਸੜਕਾਂ ਦੇ ਉੱਪਰ ਬੈਠੇ ਹੋਏ ਨੇ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ। ਤੇ 1 ਸਾਲ ਪੂਰਾ ਹੋਣ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਬਹੁਤ ਵੱਡਾ ਸੰਘਰਸ਼ ਹੋਰ ਉਲੀਕਣਾ। ਪਾਰਲੀਮੈਂਟ ਦੇ ਵੱਲ, ਸੰਸਦ ਭਵਨ ਦੇ ਵੱਲ ਅਸੀਂ ਘਿਰਾਓ ਕਰਨ ਜਾਣਾ। 29 ਤਰੀਕ ਦਾ ਇਹ ਪ੍ਰੋਗਰਾਮ ਲਿਖਿਆ ਗਿਆ ਵੀ 500 ਕਿਸਾਨ ਜਾਇਆ ਕਰਨਗੇ ਹਰ ਰੋਜ਼ ਟਿੱਕਰੀ ਬਾਰਡਰ ਤੋਂ, 500 ਹੀ ਗਾਜ਼ੀਪੁਰ ਦੇ ਬਾਰਡਰ ਤੋਂ। ਹਰ ਰੋਜ਼ 1000 ਕਿਸਾਨ ਪਰਲੇ ਪਾਰ ਜਾਇਆ ਕਰੂਗਾ। ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਮਹੱਤਵਪੂਰਨ ਕਿ 26 ਤਰੀਕ ਨੂੰ ਜਦੋਂ ਹੁਣ ਸਾਲ ਪੂਰਾ ਹੋਣਾ ਤੇ ਇਕੱਠ ਬਹੁਤ ਵੱਡੇ ਕਰਨ ਦਾ ਇੱਕ ਪ੍ਰੋਗਰਾਮ ਉਲੀਕਿਆ ਗਿਆ। ਲੰਘੇ ਕੱਲ ਬੀਜੇਪੀ ਦੇ ਪੰਜਾਬ ਦੇ ਕੁਝ ਕੁ ਨੇਤਾ ਜਿਹੜੇ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ। ਉਹ ਕਹਿੰਦੇ ਜੀ ਅਸੀਂ 3 ਮੁੱਦਿਆਂ ਦੇ ਉੱਤੇ ਚਰਚਾ ਕੀਤੀ ਆ। ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਜਾਵੇ, ਇਸ ਤੋਂ ਇਲਾਵਾ ਜਿਹੜੀਆਂ ਖੇਤੀਬਾੜੀ ਕਾਨੂੰਨਾਂ ਦੇ ਬਾਬਤ ਮਸਲਾ ਹੱਲ ਕੀਤਾ ਜਾਵੇ ਜਾਂ ਵਿਚਾਰਿਆ ਜਾਵੇ, ਤੇ ਇੱਕ ਇਹ ਕਿ 2022 ਦੀਆਂ ਚੋਣਾਂ ਦੇ ਵਿੱਚ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇੱਕ ਦਿਨ ਅੱਗੇ ਵੀ ਇਹ ਗੱਲ ਕਹੀ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜਾਣਾ ਜੀ, ਪਰ ਇਹਨਾਂ ਨੇ ਕਿਸੇ ਹੋਰ ਨੂੰ ਸਿਹਰਾ ਨਹੀਂ ਲੈਣ ਦੇਣਾ। ਕਿਉਂਕਿ ਜੇ ਖੋਲ ਦਿੰਦੇ ਪਹਿਲਾਂ ਤਾਂ ਫਿਰ ਇਹ ਗੱਲ ਆਉਣੀ ਸੀ ਕਿ ਅਕਾਲੀ ਦਲ ਨੇ ਕਿਹਾ ਤਾਂ ਖੋਲਤਾ, ਕਾਂਗਰਸ ਨੇ ਕਿਹਾ ਤਾਂ ਖੋਲਤਾ, ਸ਼੍ਰੋਮਣੀ ਕਮੇਟੀ ਨੇ ਕਿਹਾ ਤਾਂ ਖੋਲਤਾ। ਹੁਣ ਆਪਣਾ ਵਫਦ ਮਿਲ ਕੇ ਆਇਆ ਤੇ ਉਹਦੇ ਕਹਿਣ ਦੇ ਉੱਤੇ ਖੋਲਤਾ। ਇਹ ਪ੍ਰਭਾਵ ਜਾਣਾ ਜੀ ਆਉਂਦੇ ਸਮੇਂ 'ਚ ਜਿਹੜਾ ਕਿਸਾਨੀ ਅੰਦੋਲਨ ਆ, ਮੇਰਾ ਖਿਆਲ ਹੈ ਵੀ ਇਹਦਾ ਕਿਸੇ ਵੀ ਮੋੜ ਦੇ ਉੱਤੇ ਜਾ ਕੇ ਹੱਲ ਨਿਕਲੇ। ਇਹਦੇ ਵਿੱਚ ਇਹ ਸਤਰ ਜ਼ਰੂਰ ਪਾਉਣੀ ਚਾਹਣਗੇ ਕਿ ਅਸੀਂ ਪੰਜਾਬ ਬੀਜੇਪੀ ਦੇ ਆਗੂਆਂ ਦੇ ਕਹਿਣ ਦੇ ਉੱਤੇ ਮਸਲਾ ਹੱਲ ਕੀਤਾ, ਨਾ ਕਿ ਕਿਸੇ ਹੋਰ ਦੇ ਵਿਰੋਧ ਦੇ ਕਰਕੇ ਮਸਲਾ ਹੱਲ ਕੀਤਾ। ਸੋ ਬਾਕੀ 2022 ਦੇ ਵਿੱਚ ਬੀਜੇਪੀ ਦੀ ਕੀ ਰਣਨੀਤੀ ਹੋਊਗੀ ਇਹ ਸਮਾਂ ਬਿਆਨ ਕਰੂ। ਮੈਂ ਤਾਂ ਹੈਰਾਨ ਆ ਟਾਣਾ ਸਾਹਿਬ ਵੀ ਰਾਜਨੀਤੀ ਦਾ ਪੱਧਰ ਤੁਸੀਂ ਵੇਖੋ, ਸ਼ਾਇਦ ਆਮ ਲੋਕ ਜਿਹੜੇ ਨੇ ਉਹ ਇਸ ਪੱਧਰ ਨੂੰ ਸਮਝ ਨਾ ਸਕਣ, ਪਰ ਕਈ ਵਾਰ ਹੁੰਦਾ ਨਾ ਗੱਲ ਕਹੀ ਤੇ ਬੰਦੇ ਦਾ ਧਿਆਨ ਉਧਰ ਜ਼ਰੂਰ ਜਾਂਦਾ ਵੀ ਹਾਂ ਇਹ ਵੀ ਹੈ ਹਨਾ। ਕਿੱਥੇ ਕਿੰਨਾ ਸਮਾਂ ਹੋ ਗਿਆ, ਕਿੰਨੇ ਮਹੀਨੇ ਹੋ ਗਏ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੈ। ਹਰ ਕੋਈ ਗੱਲ ਕਰਦਾ ਸੀ। ਪਾਕਿਸਤਾਨ ਸਰਕਾਰ ਨੇ ਵੀ ਇੱਥੋਂ ਤੱਕ ਬੇਨਤੀ ਕੀਤੀ ਕਿ ਦੇਖੋ ਜੀ ਸਾਡੇ ਵੱਲੋਂ ਤਿਆਰੀਆਂ ਪੂਰੀਆਂ ਨੇ, ਤੁਸੀਂ ਲਾਂਘਾ ਖੋਲ ਦਿਓ, ਸਾਡੇ ਵੱਲੋਂ ਕੋਈ ਅੜਚਨ ਨਹੀਂ ਆ ਹਨਾ। ਉਦੋਂ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਤੇ ਹੁਣ ਕਹਿੰਦੇ ਨੇ ਸ਼ਾਇਦ 19 ਤੋਂ ਪਹਿਲਾਂ ਹੀ ਖੁੱਲ ਜਾਵੇ। ਚਲੋ ਜੇ ਖੁੱਲ ਜਾਵੇ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ, ਇਹ ਬੜੀ ਚੰਗੀ ਗੱਲ ਹੈ ਤਾਂ ਦੇਰੀ ਨਾਲ ਹੀ। 2 ਸਾਲ ਤੇ ਕੋਈ ਦਿਨ ਹੋ ਗਏ ਆ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਨੂੰ ਤੇ 1.5 ਸਾਲ ਹੋ ਗਿਆ ਬੰਦ ਹੋਏ ਨੂੰ। ਸੋ ਇਸ ਕਰਕੇ ਜ਼ਰੂਰਤ ਆ ਸਮੇਂ ਦੇ ਮੁਤਾਬਕ ਇਹਨੂੰ ਖੋਲ ਦਿੱਤਾ ਜਾਵੇ। ਸਿਹਰਾ ਕਿਹਨੇ ਲੈਣਾ ਕਿਹਨੇ ਨਹੀਂ ਲੈਣਾ, ਨਾਲੇ ਕਹਿੰਦੇ ਵੀ ਧਰਮ ਕਰਮ ਦੇ ਮਾਮਲੇ 'ਚ ਸਿਹਰੇ ਦੀ ਗੱਲ ਨਹੀਂ ਹੋਣੀ ਚਾਹੀਦੀ। ਇਹ ਸਾਰਾ ਕੁਝ ਪ੍ਰਮਾਤਮਾ ਆਪ ਹੀ ਕਰਦਾ ਤੇ ਫਿਰ ਕਿਸੇ ਨੂੰ ਵੀ ਸਿਹਰਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਹ ਤਾਂ ਸੁਤੇ ਸਿੱਧਾ ਆਪ ਮੁਹਾਰੇ ਕੰਮ ਹੋਏ ਜਾਣੇ ਚਾਹੀਦੇ ਆ। ਪਰ ਹਰ ਗੱਲ ਦੇ ਵਿੱਚ ਰਾਜਨੀਤੀ ਇਹੋ ਜੀ ਫਸੀ ਹੋਈ ਹੈ ਭਾਰਤ ਦੇ ਵਿੱਚ ਵੀ ਇਸ ਤੋਂ ਬਿਨਾਂ ਕੁਝ ਸੋਚਿਆ ਨਹੀਂ ਜਾਂਦਾ। ਨਾਲੇ ਸਾਡੇ ਦੇ ਇੱਥੇ ਰਿਵਾਜ ਆ ਨਾ ਧਰਮ ਦੇ ਨਾਂ ਦੇ ਉੱਤੇ ਤਾਂ ਰਾਜਨੀਤੀ ਅਸੀਂ ਵੱਧ ਕਰਦੇ ਆ। ਲੋਕਾਂ ਨੂੰ ਅਸੀਂ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰ ਕਰਕੇ ਵੱਧ ਵਿਖਾਉਂਦੇ ਆ। ਸੋ ਇਸ ਲਈ ਚਲੋ ਜਿਵੇਂ ਵੀ ਹੈ, ਲੋਕ ਚਾਹੁੰਦੇ ਨੇ ਕਿ ਲਾਂਘਾ ਜ਼ਰੂਰ ਖੁੱਲੇ, ਲੋਕ ਉੱਧਰ ਜਾ ਕੇ ਨਤਮਸਤਕ ਹੋਣਾ ਚਾਹੁੰਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਨੇ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ। ਤੇ ਜਿੱਥੋਂ ਤੱਕ ਗੱਲ ਕਿਸਾਨੀ ਸੰਘਰਸ਼ ਦੀ ਹੈ, ਟਾਣਾ ਸਾਹਿਬ ਅਸੀਂ ਤਾਂ ਇਹੀ ਚਾਹੁੰਦੇ ਆ ਵੀ 26 ਤਰੀਕ ਆਉਣ ਤੋਂ ਪਹਿਲਾਂ ਹੀ ਮਸਲਾ ਹੱਲ ਹੋ ਜਾਏ ਤੇ ਕਿਸਾਨ ਜਿਹੜੇ ਨੇ ਉਹ ਇਸ 26 ਨਵੰਬਰ ਨੂੰ ਜਿੱਤ ਕੇ ਵਾਪਸ ਘਰਾਂ ਨੂੰ ਆਉਣ। ਕਿੱਥੇ ਪਿਛਲੇ ਸਾਲ 26 ਤਰੀਕ ਨੂੰ ਇਧਰੋਂ ਤੁਰੇ ਸੀ ਉਧਰ ਨੂੰ, ਤੇ ਹੁਣ ਉਹ 26 ਤਰੀਕ ਨੂੰ ਜਿੱਤ ਕੇ ਵਾਪਸ ਇੱਧਰ ਨੂੰ ਤੁਰੇ ਆਉਣ। ਅਸੀਂ ਤਾਂ ਇਹ ਚਾਹੁੰਦੇ ਆ, ਬਾਕੀ ਵੇਖਦੇ ਆ ਕਿ ਇਹ ਮਸਲਾ ਕਦੋਂ ਤੇ ਕਿਵੇਂ ਹੱਲ ਹੁੰਦਾ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਸਿੰਘ ਜੀ ਤੇ ਅਗਲੀਆਂ ਖਬਰਾਂ ਦੇ ਵੱਲ ਝਾਤ ਪਾਈਏ। ਟਾਣਾ ਸਾਹਿਬ ਹੁਣ ਗੱਲ ਕਰਦੇ ਆ ਉਹਦੀ ਜਿਹਦੀ ਗੱਲ ਕਰਨੀ ਤਾਂ ਨਹੀਂ ਚਾਹੁੰਦੇ ਪਰ ਕਰਨੀ ਪੈਣੀ ਹੈ। ਕਿਉਂਕਿ ਜਦੋਂ ਮੂੰਹ 'ਚ ਕੁਝ ਵੀ ਆਵੇ ਤੇ ਬੀਬੀ ਬੋਲਦੀ ਰਵੇ ਤਾਂ ਉਹਦੇ ਬਾਰੇ 'ਚ ਗੱਲ ਤਾਂ ਹੋਣੀ ਚਾਹੀਦੀ ਹੈ ਵੀ ਉਹਦੀ ਮਾਨਸਿਕਤਾ ਪਤਾ ਲੱਗੇ ਸਾਰਿਆਂ ਨੂੰ ਵੀ ਹੈ ਕਿਹੋ ਜਿਹੀ। ਹਾਂ ਬਿਲਕੁਲ ਜੀ, ਵੈਸੇ ਤਾਂ ਬੀਬਾ ਜਾਂ ਬੀਬੀ ਸ਼ਬਦ ਆ ਜਿਹੜਾ ਉਹ ਚੋਣਵੀਆਂ ਥਾਵਾਂ ਦੇ ਉੱਤੇ ਵਰਤਿਆ ਜਾਂਦਾ। ਬੀਬਾ ਹੋਣਾ ਵੀ ਬੜਾ ਜ਼ਰੂਰੀ ਹੁੰਦਾ, ਬੀਬੀ ਹੋਣਾ ਵੀ ਬੜਾ ਜ਼ਰੂਰੀ ਹੁੰਦਾ, ਪਰ ਕਿਸੇ ਨੂੰ ਵੀ ਆਪਾਂ ਇਹ ਗੱਲ ਕਹਿ ਲਈਏ ਬੀਬਾ ਜਾਂ ਬੀਬੀ, ਇਹ ਵੀ ਗੱਲ ਉਚਿਤ ਨਹੀਂਗੀ, ਇਹ ਵਾਜਬ ਨਹੀਂਗੀ। ਚਾਹੇ ਉਚਿਤ ਨਹੀਂ ਹੈ ਟਾਣਾ ਸਾਹਿਬ, ਪਰ ਕਹਿੰਦੇ ਹੁੰਦੇ ਨੇ ਜਦੋਂ ਤੁਸੀਂ ਬੋਲਦੇ ਹੋ
ਤਾਂ ਤੁਹਾਡੇ ਬੋਲਣ ਤੋਂ, ਤੁਹਾਡੇ ਆਦਰਸ਼ਾਂ ਦਾ, ਤੁਹਾਡੀ ਪਰਵਰਿਸ਼ ਦਾ ਪਤਾ ਲੱਗਦਾ ਹੈ। ਉਹ ਜੋ ਬੋਲਦੀ ਹੈ ਉਹਦੇ ਤੋਂ ਉਹਦੀ ਪਰਵਰਿਸ਼ ਦਾ ਪਤਾ ਲੱਗ ਰਿਹਾ ਹੈ, ਜੋ ਅਸੀਂ ਬੋਲਦੇ ਹਾਂ ਉਹ ਤੋਂ ਸਾਡੀ ਦਾ ਪਤਾ ਲੱਗਦਾ ਹੈ। ਅਸੀਂ ਪੰਜਾਬੀ ਹਾਂ, ਅਸੀਂ ਹਰੇਕ ਨੂੰ ਮਾਣ ਸਤਿਕਾਰ ਦਿੰਦੇ ਹਾਂ। ਬਿਲਕੁਲ ਸਹੀ ਗੱਲ, ਦੇਣਾ ਵੀ ਚਾਹੀਦਾ। ਬਿਲਕੁਲ, ਇਹ ਸਾਡੇ ਸੁਭਾਅ ਦਾ ਹਾਸਲ ਆ। ਇਹ ਸਾਡੀ ਇੱਕ ਪਿਛੋਕੜ ਦੇ ਵਿੱਚ ਜੋ ਅਸੀਂ ਸਿੱਖਿਆ, ਆਪਣੇ ਅਤੀਤ ਦੇ ਵਿੱਚੋਂ ਸਿੱਖ ਕੇ ਜੋ ਅੱਗੇ ਵਧੇ ਆ, ਇਹ ਉਹਦਾ ਇੱਕ ਪ੍ਰਤੀਕ ਆ। ਬਿਲਕੁਲ। ਕੰਗਣਾ ਰਣੌਤ ਦੀ ਗੱਲ ਕਰਨੀ ਚਾਹੁੰਦੇ ਅਸੀਂ। ਕੰਗਣਾ ਰਣੌਤ ਨੇ ਪਿਛਲੇ ਦਿਨੀ ਇਹ ਗੱਲ ਕਹੀ ਕਿ ਭੀਖ ਦੇ ਵਿੱਚ 1947 ਦੀ ਆਜ਼ਾਦੀ ਮਿਲੀ ਆ। ਜੀ। ਅਸਲ ਆਜ਼ਾਦੀ ਤਾਂ 2014 ਤੋਂ ਬਾਅਦ ਆਈ ਆ। ਜਦੋਂ ਤੁਸੀਂ ਇਸ ਪੱਧਰ ਦੀ ਚਮਚੀ ਮਾਰਨੀ ਆ ਤੇ ਫਿਰ ਤਾਂ ਭਾਵੇਂ ਤੁਹਾਨੂੰ ਭਾਰਤ ਰਤਨ ਮਿਲ ਜੇ, ਫਿਰ ਤਾਂ ਪਦਮ ਸ਼੍ਰੀ ਹੈ ਹੀ ਬਹੁਤ ਛੋਟਾ। ਬਿਲਕੁਲ। ਜਿਸ ਪੱਧਰ ਦੀਆਂ ਆਪਾਂ ਗੱਲਾਂ ਕਰਦੇ ਆ, ਇਹਦਾ ਮਤਲਬ ਇਹ ਹੋਇਆ ਵੀ ਕੱਲ ਨੂੰ ਇਤਿਹਾਸ ਦੇ ਪੇਪਰ ਦੇ ਵਿੱਚ ਪ੍ਰੀਖਿਆ 'ਚ ਇਹ ਗੱਲ ਆਈ ਕਿ ਬੱਚਿਓ ਇਹ ਦੱਸੋ ਜੀ ਕਿ ਦੇਸ਼ ਨੂੰ ਆਜ਼ਾਦੀ ਕਦੋਂ ਮਿਲੀ। ਹੁਣ 1947 ਨਾ ਲਿਖਿਓ, ਹੁਣ 2014 ਲਿਖਿਆ ਕਰੇ। ਇਹਦਾ ਮਤਲਬ ਇਹ ਹੋਇਆ ਇਸ ਪੱਧਰ ਦੀ ਚਮਚੀ ਇਹਨਾਂ ਨੂੰ ਕੀ ਲੋਕਾਂ ਨੂੰ ਪਤਾ, ਜਿਹੜੇ ਲੋਕ ਲੱਕੜ ਦੇ ਘੋੜੇ ਤੇ ਬੈਠ ਕੇ ਤੇ ਝਾਂਸੀ ਦੀ ਰਾਣੀ ਬਣ ਕੇ ਦਿਖਾਉਂਦੇ ਆ। ਹਾਲਾਂਕਿ ਝਾਂਸੀ ਦੀ ਰਾਣੀ ਦੀ ਕਿੰਨੀ ਮਹਾਨਤਾ, ਬਿਲਕੁਲ ਸਹੀ, ਉਹਨਾਂ ਦੀ ਕਿੰਨੀ ਵੱਡੀ ਦੇਣ ਆ, ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੇਸ਼ਕਾਰੀ ਕੀਤੀ, ਇਹਨਾਂ ਨੂੰ ਐਂ ਲੱਗਦਾ ਵੀ ਆਜ਼ਾਦੀ ਵੀ ਸਾਡੇ ਮੁਤਾਬਕ ਹੀ ਆਈ ਸੀ। ਇਹਨਾਂ ਨੂੰ ਕੀ ਪਤਾ ਵੀ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਕੀ ਮੁੱਲ ਆ, ਸ਼ਹੀਦ ਕਰਤਾਰ ਸਿੰਘ ਸਰਾਭਾ ਕੌਣ ਸੀ, ਰਾਜਗੁਰੂ ਸੁਖਦੇਵ ਕੌਣ ਸੀ, ਸ਼ਹੀਦ ਊਧਮ ਸਿੰਘ ਕੌਣ ਸੀ, ਚੰਦਰ ਸ਼ੇਖਰ ਆਜ਼ਾਦ ਕੌਣ ਸੀ, ਬਾਕੀ ਜਿੰਨੇ ਵੀ ਮਹਾਨ ਸ਼ਹੀਦ ਹੋਏ ਆ, ਜਿਹੜੇ ਸਾਡੇ ਦਿਲ ਦੇ ਵਿੱਚ ਵਸਦੇ ਆ, ਉਹ ਸਾਡੇ ਦਿਲ ਦੇ ਵਿੱਚ ਵਸਦੇ ਆ। ਇਹਨਾਂ ਦੇ ਤਾਂ ਦਿਲਾਂ ਦੇ ਵਿੱਚ ਸਿਰਫ ਉਹ ਵਸਦੇ ਜਿਹੜੇ ਕਿ ਸੁਰੱਖਿਆ ਕਰਮਚਾਰੀ ਦਿੰਦੇ ਆ, ਜਿਹੜੇ ਕਿ ਪੁਰਸਕਾਰ ਫੜਾਉਂਦੇ ਆ, ਜਿਹੜੇ ਕਿ ਆਉਂਦੇ ਸਮੇਂ ਦੇ ਵਿੱਚ ਟਿਕਟਾਂ ਵੰਡਣਗੇ। ਜੀ, ਪਰ ਗੱਲ ਇਹ ਹੈ ਟਾਣਾ ਸਾਹਿਬ ਵੀ ਉਹਨਾਂ ਨੂੰ ਹੀ ਬੇਨਤੀ ਹੈ, ਜਿਨ੍ਹਾਂ ਦੀ ਇਹ ਚਹੇਤੀ ਆ ਉਹਨਾਂ ਨੂੰ ਹੀ ਬੇਨਤੀ ਹੈ ਵੀ ਪਹਿਲਾਂ ਇੱਕ ਵਾਰ ਮੈਡਮ ਜੀ ਨੂੰ 5ਵੀਂ 6ਵੀਂ ਤੋਂ ਦੁਬਾਰਾ ਦਾਖਲਾ ਦਿਵਾਓ ਤੇ ਇਹਨਾਂ ਨੂੰ ਇਤਿਹਾਸ ਪੜਾਉਣਾ ਸ਼ੁਰੂ ਕਰੋ, ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ 1947 ਦੀ ਆਜ਼ਾਦੀ ਦੇ ਵੇਲੇ ਕਿੰਨੇ ਲੋਕਾਂ ਨੇ ਕੀ ਕੁਰਬਾਨੀਆਂ ਦਿੱਤੀਆਂ, ਕੀ ਉਹਨਾਂ ਨੇ ਆਪਣੇ ਉੱਪਰ ਹੰਡਾਇਆ, ਕੀ ਉਹਨਾਂ ਦੀ ਸੋਚ ਸੀ, ਕਿੰਨੇ ਉਹ ਕਿਤਾਬਾਂ ਦੇ ਨੇੜੇ ਸੀ, ਕਿਵੇਂ ਉਹਨਾਂ ਦੀ ਜ਼ਿੰਦਗੀ ਸੀ। ਇਹ ਸਾਰਾ ਕੁਝ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇੰਨੀ ਚਮਚਾਗਿਰੀ ਦੀ ਹੱਦ ਹੋ ਗਈ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਹੋਰੀ ਸੀ ਪ੍ਰਧਾਨ ਮੰਤਰੀ, ਇਹ ਤਾਂ ਉਹ ਵੇਲਾ ਵੀ ਭੁਲਾ ਗਈ ਵਿੱਚੋਂ। ਬਿਲਕੁਲ, ਮਤਲਬ ਇਹ ਆ ਵੀ ਉਹ ਵੀ ਗੁਲਾਮ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆ, ਉਹ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਰਹੇ। ਤੇ ਅਗਲੀ ਇੱਕ ਮਹੱਤਵਪੂਰਨ ਗੱਲ ਹੋਰ ਹੈ ਵੀ ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ਨੂੰ ਕੋਈ ਰੋਕਦਾ ਵੀ ਨਹੀਂ ਜੀ। ਕੁਝ ਕੁ ਵਿਰੋਧੀ ਪਾਰਟੀਆਂ ਵਾਲਿਆਂ ਨੂੰ ਤਾਂ ਅਸੀਂ ਇਹ ਗੱਲ ਕਹਿ ਦਿੰਦੇ ਉਹਨਾਂ ਨੇ ਵਿਰੋਧ ਕਰਨਾ ਹੁੰਦਾ, ਕੰਗਣਾ ਰਣੌਤ ਦਾ ਵਿਰੋਧ ਕਰਦੇ ਆ, ਹੋਰ ਪਾਰਟੀਆਂ ਨਾਲ ਜੁੜੇ ਆ, ਪਰ ਜਿਹੜੇ ਲੋਕ ਸਿਰ ਤੋਂ ਕੰਮ ਲੈਣ ਵਾਲੇ ਆ, ਉਹਨਾਂ ਲੋਕਾਂ ਦੇ ਵੱਲੋਂ ਵੀ ਇਹਦਾ ਵਿਰੋਧ ਨਹੀਂ ਕੀਤਾ ਜਾਂਦਾ। ਇਹਦੇ ਉੱਤੇ ਹੈਰਾਨੀ ਹੁੰਦੀ ਆ ਕੱਲ ਨੂੰ ਇਸ ਔਰਤ ਨੂੰ ਕੁਝ ਵੀ ਮਿਲ ਜੇ, ਪਰ ਇਸ ਗੱਲ ਦਾ ਤਾਂ ਮੇਰਾ ਖਿਆਲ ਵੀ ਮਨ ਦੇ ਉੱਤੇ ਬੋਝ ਰਹਿਣਾ ਚਾਹੀਦਾ ਵੀ ਮੈਂ ਸਮੇਂ-ਸਮੇਂ ਦੇ ਉੱਤੇ ਕਿਹੜੀਆਂ ਊਟ-ਪਟਾਂਗ ਗੱਲਾਂ ਕੀਤੀਆਂ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਟਾਣਾ ਸਾਹਿਬ, ਜੇਕਰ ਕੋਈ ਆਮ ਇਨਸਾਨ ਜਾਂ ਅਸੀਂ ਆਪਣੇ ਤੇ ਲਾ ਲਈਏ, ਜੇ ਮੈਂ ਜਾਂ ਤੁਸੀਂ ਇਹ ਗੱਲ ਕਹੀਏ ਕਿ 2014 ਚ ਆਜ਼ਾਦੀ ਮਿਲੀ, 1947 ਵਾਲੀ ਤਾਂ ਭੀਖ ਚ ਮਿਲੀ ਸੀ, ਕਿ ਸਾਡੇ ਤੇ ਦੇਸ਼ ਧਰੋਹ ਦਾ ਪਰਚਾ ਉਦੋਂ ਹੀ ਦਰਜ ਨਹੀਂ ਹੋਊਗਾ ਕਿ ਅਸੀਂ ਗਲਤ ਜਾਣਕਾਰੀ ਦੇ ਰਹੇ ਹਾਂ, ਅਸੀਂ ਆਜ਼ਾਦੀ ਨੂੰ ਗਲਤ ਤਰੀਕੇ ਨਾਲ ਐਕਸਪਲੇਨ ਕਰ ਰਹੇ ਹਾਂ। ਨਹੀਂ, ਉਹਦਾ ਇੱਕ ਨਵਾਂ ਬਿਆਨ ਆ ਗਿਆ, ਕਹਿੰਦੀ ਮੈਨੂੰ ਇਹ ਦੱਸੋ ਵੀ 1947 ਦੇ ਵਿੱਚ ਕਿਹੜੀ ਜੰਗ ਲੜੀ ਗਈ ਆ, ਅਸੀਂ ਕਿਹਦੇ ਕੋਲੋਂ ਜਿੱਤੇ ਆ। ਤੇ ਮੇਰੇ ਮਨ 'ਚ ਸਵਾਲ ਆਇਆ ਵੀ 2014 ਦੇ ਵਿੱਚ ਕਿਹੜੀ ਜੰਗ ਲੜੀ ਗਈ, ਉਹਦੇ ਵਿੱਚ ਕਿੰਨੇ ਜਾਣੇ ਸ਼ਹੀਦ ਹੋਏ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਇਹਨਾਂ ਦੇ ਕਰਕੇ ਆਜ਼ਾਦੀ ਆਈ ਆ, ਉਹਨਾਂ ਨੇ ਕਿਹੜੀਆਂ ਜੰਗਾਂ ਜਿੱਤੀਆਂ, ਉਹਨਾਂ ਨੇ ਕਿਹੜੇ ਆਪਦੇ ਫੌਜੀ ਕੁਰਬਾਨ ਕੀਤੇ ਆ, ਆਪਦੇ ਭੈਣ ਭਾਈ ਕੁਰਬਾਨ ਕੀਤੇ, ਇਹ ਵੀ ਦੱਸ ਦਿਓ। ਬਿਲਕੁਲ, ਤੁਸੀਂ ਵੇਖੋ ਨਾ, ਕੋਈ ਹੈ ਹੀ ਨਹੀਂ ਰੋਕਣ ਟੋਕਣ ਵਾਲਾ। ਆਮ ਬੰਦਾ ਕੋਈ ਗੱਲ ਕਰੇ, ਚਾਹੇ ਉਹ ਵਾਜਬ ਵੀ ਕਰੇ, ਤੁਹਾਡੇ ਬਾਰੇ ਚ ਕੁਝ ਕਹੇ ਤਾਂ ਤੁਸੀਂ ਫਟ ਕਹਿੰਦੇ ਹੋ ਇਹ ਦੇਸ਼ ਧਰੋਹੀ ਹੈ, ਇਹ ਤੇ ਤਾਂ ਦੇਸ਼ ਧਰੋਹ ਦਾ ਪਰਚਾ ਹੋਣਾ ਚਾਹੀਦਾ ਹੈ। ਤੇ ਇਹ ਬੀਬੀ ਕੁਝ ਵੀ ਬੋਲਦੀ ਰਵੇ, ਕਿਸੇ ਬਾਰੇ ਵੀ ਕੁਝ ਕਹਿੰਦੀ ਰਵੇ, ਇਹਨੂੰ ਕੋਈ ਰੋਕਣ ਵਾਲਾ ਪੁੱਛਣ ਵਾਲਾ ਹੈ। ਚੋਣ ਜਿੱਤਣਾ ਅੱਜ ਕੱਲ ਆਜ਼ਾਦੀ ਦਾ ਪ੍ਰਤੀਕ ਹੋ ਗਿਆ ਤੇ ਆਜ਼ਾਦੀ ਅੱਜ ਕੱਲ ਭੀਖ ਦੀ ਪ੍ਰਤੀਕ ਹੋ ਗਈ। ਬਸ ਇਹ ਆ। ਹੁਣ ਭੀਖ ਨੂੰ ਨਵੇਂ ਪ੍ਰਸੰਗ ਦੇ ਵਿੱਚ ਕੀ ਕਹਿਣਾ, ਇਹ ਵੀ ਇਹਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਵੀ ਕੁਹਾੜੇ ਨਾਲ ਮੂੰਹ ਪਾਟੇ ਕਈ ਲੋਕਾਂ ਦੇ, ਜੋ ਮੂੰਹ ਦੇ ਵਿੱਚ ਆਉਂਦਾ ਆਵਾ ਤਵਾ ਬੋਲੀ ਜਾਂਦੇ ਆ, ਜਿਹਨੂੰ ਮਰਜ਼ੀ ਜੋ ਮਰਜ਼ੀ ਕਹਿ ਦਿੰਦੇ ਆ, ਤੇ ਕਈ ਪਿੱਠ ਥਾਪੜ ਨਾਲੇ ਕਹੀ ਜਾਂਦੇ ਵੀ ਇਹਨੇ ਕੀਤੀ ਕਮਾਲ ਦੀ ਗੱਲ ਜੀ। ਤੇ ਹੁਣ ਕੋਈ ਬੋਲੂਗਾ ਵੀ ਨਹੀਂ ਵੀ ਇਹ ਗਲਤ ਸੀ। ਇਹੀ ਜੇ ਕੰਗਣਾ ਰਣੌਤ ਕਿਸੇ ਹੋਰ ਪਾਰਟੀ ਦੇ ਕਹਿ ਲੋ ਸਮਰਥਨ ਦੇ ਵਿੱਚ ਹੁੰਦੀ, ਕਿਸੇ ਹੋਰ ਪਾਰਟੀ ਨੂੰ ਪਸੰਦ ਕਰਦੀ ਹੁੰਦੀ, ਤਾਂ ਕੀ ਭਾਜਪਾ ਰੌਲਾ ਨਾ ਪਾਉਂਦੀ ਵੀ ਕੰਗਣਾ ਰਣੌਤ ਨੇ ਕੀ ਬਿਆਨ ਦਿੱਤਾ ਹੈ। ਹੁਣ ਕੋਈ ਵੀ ਭਾਜਪਾ 'ਚ ਇਹੋ ਜਿਹਾ ਹੈ ਨਹੀਂਗਾ ਜਿਹੜਾ ਬੋਲਦਾ ਹੋਵੇ ਵੀ ਇਹ ਬੀਬੀ ਨੇ ਗਲਤ ਕਿਹਾ, ਇਹਦੇ ਉੱਪਰ ਪਰਚਾ ਹੋਣਾ ਚਾਹੀਦਾ ਹੈ, ਇਹਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ। ਹੱਦ ਹੀ ਹੋ ਗਈ ਸੱਚੀ। ਸਹੀ। ਹਰਮਨ ਜੀ, ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਹੈ ਨਾ ਜੀ, ਉਹ ਵੀ ਇੱਕ ਨਵੀਂ ਮਿਸਾਲ ਪੈਦਾ ਕਰ ਦਿੰਦੇ ਆ। ਮੈਂ ਨਾ ਅੱਜ ਭੁਵਨੇਸ਼ਵਰ ਵੱਲ ਦੀ ਖਬਰ ਪੜ੍ਹੀ, ਕਟਕ ਖੇਤਰ ਦੀ। ਉੱਥੇ ਇੱਕ ਪਿੰਡ ਆ, ਮਿੰਨਤੀ ਨਾਂ ਦੀ ਇੱਕ ਲਗਭਗ 65 ਸਾਲ ਦੀ ਬਜ਼ੁਰਗ ਔਰਤ ਰਹਿੰਦੀ ਆ। ਅੱਛਾ ਜੀ। ਉਹਦੇ ਪਤੀ ਦੀ ਮੌਤ ਹੋ ਗਈ ਪਿਛਲੇ ਵਰੇ, ਫਿਰ ਉਹਦੀ ਧੀ ਦੀ ਮੌਤ ਹੋ ਗਈ, ਹੁਣ ਰਹਿ ਗਈ ਇਕੱਲੀ। ਅੱਛਾ ਜੀ। ਪਰ ਇੱਕ ਰਿਕਸ਼ਾ ਚਾਲਕ ਪਰਿਵਾਰ ਆ, ਬੁੱਧਾ, ਉਹਦਾ ਨਾਮ ਬੁੱਧਾ, ਰਿਕਸ਼ਾ ਚਾਲਕ ਦਾ। ਉਹ ਪਿਛਲੇ 25 ਤੋਂ ਲੈ ਕੇ 30 ਸਾਲ ਤੋਂ ਇਸ ਪਰਿਵਾਰ ਦੀ ਬਿਨਾਂ ਕਿਸੇ ਸਵਾਰਥ ਦੇ ਦੁੱਖ ਸੁੱਖ ਦੇ ਵਿੱਚ ਸੇਵਾ ਕਰਦਾ। ਹਮੇਸ਼ਾ ਬੱਚਿਆਂ ਨੂੰ ਉਹ ਸਕੂਲ ਛੱਡ ਕੇ ਆਉਂਦਾ ਸੀ, ਸਕੂਲੋਂ ਲੈ ਕੇ ਆਉਂਦਾ ਸੀ, ਘਰੇ ਕੋਈ ਔਕੜ ਆਵੇ ਨਾਲ ਖੜਦਾ ਸੀ,
ਗਰੀਬ ਸੀ ਪਰ ਜ਼ਮੀਰ ਜਿਉਂਦੀ ਸੀ, ਜ਼ਮੀਰ ਨਹੀਂ ਸੀ ਮਰੀ। ਆਰਥਿਕ ਤੌਰ ਦੇ ਉੱਤੇ ਭਾਵੇਂ ਉਹ ਕਈ ਵਾਰ ਮਰਿਆ ਜੀ। ਹੁਣ ਇਸ ਔਰਤ ਨੇ ਜਿਹੜੀ ਕਿ ਇਕੱਲੀ ਰਹਿ ਗਈ। ਆਮ ਤੌਰ ਤੇ ਬੰਦਾ ਕਹਿੰਦਾ ਵੀ ਭਾਈ ਮੈਂ 1000 ਰੁਪਇਆ ਮਹੀਨਾ ਦਿੰਦਾ ਤਾਂ ਹੈ, 5000 ਮਹੀਨਾ ਦਿੰਦਾ ਤਾਂ ਹੈ, 3000 ਦਿੰਦਾ ਤਾਂ ਹੈ, ਪਰ ਇਸ ਔਰਤ ਨੇ ਗੱਲ ਕਹੀ ਕਿ ਹੁਣ ਮੇਰਾ ਜਦੋਂ ਕੋਈ ਹੈ ਹੀ ਨਹੀਂਗਾ। ਤੇ ਜ਼ਿੰਦਗੀ ਦੇ 25 ਸਾਲ ਇਸ ਰਿਕਸ਼ਾ ਚਾਲਕ ਨੇ ਉਹਦੇ ਪਰਿਵਾਰ ਸਮੇਤ ਸਾਡੀ ਸੇਵਾ ਕੀਤੀ ਆ। ਉਹਨੇ ਆਪਦਾ 3 ਮੰਜ਼ਲਾ ਮਕਾਨ 1 ਕਰੋੜ ਰੁਪਏ ਦਾ ਇਸ ਰਿਕਸ਼ਾ ਚਾਲਕ ਦੇ ਨਾਲ ਲਵਾਤਾ। ਜੋ ਘਰ ਦੇ ਵਿੱਚ ਸੋਨਾ ਗਹਿਣਾ ਗੱਟਾ ਸੀ ਉਹ ਇਸ ਟੱਬਰ ਦੇ ਹਵਾਲੇ ਕਰਤਾ, ਤੇ ਨਾਲ ਇਹ ਵੀ ਗੱਲ ਕਹੀ ਹੈ ਬਈ ਇਹ ਮੇਰੀ ਸੇਵਾ ਹੁਣ ਕਰਨ ਜਾਂ ਨਾ ਕਰਨ, ਪਰ ਕੀਤੇ ਹੋਏ ਦੇ ਬਦਲੇ ਦੇ ਵਿੱਚ ਮੈਂ ਇਹ ਕੀਤਾ, ਮੇਰੇ ਮਨ ਦੇ ਵਿੱਚ ਸੀ। ਤੇ ਰਿਕਸ਼ਾ ਚਾਲਕ ਪਰਿਵਾਰ ਨੇ ਗੱਲ ਕਹੀ ਹੈ ਕਿ ਜੀ ਅਸੀਂ ਇਸ ਚੀਜ਼ ਨੂੰ ਹਾਸਲ ਕਰਨ ਦੇ ਲਈ ਸੇਵਾ ਕਦੇ ਨਹੀਂ ਕੀਤੀ, ਇਹ ਸਾਡਾ ਫਰਜ਼ ਪਹਿਲਾਂ ਵੀ ਸੀ ਤੇ ਫਰਜ਼ ਹੁਣ ਵੀ ਰਹੂਗਾ। ਵਾਹ ਕੀ ਬਾਤ ਹੈ। ਤੁਸੀਂ ਵੇਖੋ ਬਹੁਤ ਸਾਰੇ ਲੋਕ ਸ਼ਾਇਦ ਇਹ ਸੋਚਦੇ ਹੋਣਗੇ ਵੀ ਉਹਨਾਂ ਨੇ ਸਾਰਾ ਕੁਝ ਹਾਸਲ ਕਰਨ ਦੇ ਲਈ ਹੀ ਹੁਣ ਤੱਕ ਉਹ ਸੇਵਾ ਕਰਦੇ ਨੇ, ਪਰ ਟਾਣਾ ਸਾਹਿਬ ਸੇਵਾ ਕਰਾਉਣੀ ਵੀ ਔਖੀ ਤੇ ਕਰਨੀ ਉਸ ਤੋਂ ਵੀ ਔਖੀ ਹੁੰਦੀ ਹੈ। ਤੁਸੀਂ ਕਿਸੇ ਦੇ ਲਈ ਲਾਲਚ ਵਸ 1 ਮਹੀਨਾ ਕੰਮ ਕਰ ਲਓਗੇ, 2 ਮਹੀਨੇ, ਪਰ ਇੰਨੇ ਸਾਲ ਕੋਈ ਨਹੀਂ ਲਾਉਂਦਾ। ਤੁਸੀਂ ਦੇਖੋ ਉਸ ਬੰਦੇ ਨੇ, ਉਸ ਬਜ਼ੁਰਗ ਨੇ ਤੇ ਉਸ ਔਰਤ ਨੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਹੋਣੀਆਂ, ਕਿਉਂਕਿ ਸਾਡੇ ਸਮਾਜ ਦੇ ਵਿੱਚ ਤਾਂ ਸਾਡਾ ਇਹ ਕੰਮ ਹੈ ਨਾ, ਅਸੀਂ ਆਪਣਾ ਨਿੱਜੀ ਫਰਜ਼ ਸਮਝਦੇ ਹਾਂ ਵੀ ਕਿਸੇ ਵੀ ਬੰਦੇ ਦੇ ਬਾਰੇ 'ਚ, ਕਿਸੇ ਵੀ ਬੀਬੀ ਦੇ ਬਾਰੇ 'ਚ ਕੁਝ ਵੀ ਬੋਲ ਦਈਏ, ਕਿਸੇ ਦੇ ਵੀ ਰਿਸ਼ਤੇ ਨੂੰ ਲੈ ਕੇ ਅਸੀਂ ਕੁਝ ਵੀ ਬੋਲ ਦਿੰਨੇ ਆ, ਪਰ ਅਸਲ ਹਕੀਕਤ ਤੋਂ ਅਸੀਂ ਕਦੇ ਜਾਣੂ ਨਹੀਂ ਹੁੰਦੇ, ਨਾ ਹੁਣ ਦੀ ਕੋਸ਼ਿਸ਼ ਕਰਦੇ ਆ। ਸੋ ਇਹਨਾਂ ਨੇ ਉਹ ਸਾਰੀਆਂ ਔਕੜਾਂ ਵੀ ਝੱਲੀਆਂ, ਉਸ ਤੋਂ ਬਾਅਦ ਵੀ ਇੱਕ ਦੂਸਰੇ ਦਾ ਕਹਿ ਲਓ ਸਾਥ ਦਿੰਦੇ ਰਹੇ ਨੇ। ਇਹ ਬਜ਼ੁਰਗ ਜਿਹੜੇ ਨੇ ਉਹਨਾਂ ਦੀ ਸੇਵਾ ਕਰਦੇ ਰਹੇ ਨੇ। ਇਸ ਤੋਂ ਵੱਡੀ ਚੀਜ਼ ਕੋਈ ਨਹੀਂ ਹੋ ਸਕਦੀ। ਬਹੁਤ ਸਾਰੀਆਂ ਥਾਵਾਂ ਤੇ ਦੇਖਦੇ ਆ ਵੀ ਕੋਈ 4 ਮਹੀਨੇ ਨਹੀਂ ਕੱਢਦਾ, ਕਿਸੇ ਨਾ ਕਿਸੇ ਗੱਲੋਂ ਤੜਕ ਹੋ ਜਾਂਦੀ ਹੈ। ਕਦੇ ਮਾਲਕ ਨੇ ਕੁਝ ਕਹਿਤਾ, ਕਦੇ ਸੇਵਾਦਾਰ ਨੇ ਕੁਝ ਕਹਿਤਾ, ਕਦੇ ਕੋਈ ਵੀ ਬੰਦਾ ਇੱਕ ਦੂਜੇ ਦੇ ਉੱਤੇ ਥੋੜਾ ਜਿਹਾ ਭਾਰੂ ਪੈਣ ਲੱਗ ਗਿਆ, ਸ਼ਬਦਾਂ ਦੇ ਵਿੱਚ ਕੋਈ ਨਾ ਕੋਈ ਤਲਖ ਕਲਾਮੀ ਹੋ ਗਈ, ਤੇ ਉਸ ਤੋਂ ਬਾਅਦ ਰਿਸ਼ਤੇ ਟੁੱਟ ਜਾਂਦੇ ਆ। ਪਰਿਵਾਰਾਂ ਦੇ ਵਿੱਚ 25 ਸਾਲ ਏਕਤਾ ਬਰਕਰਾਰ ਰਵੇ ਹੁਣ ਤਾਂ ਇਹ ਵੀ ਨਹੀਂ ਜ਼ਰੂਰੀ, ਪਰ ਦੇਖੋ ਵੀ ਇੱਕ ਨਵੀਂ ਮਿਸਾਲ ਆ। ਬੰਦਾ ਇੱਕ ਹੱਥ ਦੇ ਤੇ ਇੱਕ ਹੱਥ ਲੈ, ਅੱਜ ਕੱਲ ਇਹ ਦਸਤੂਰ ਚੱਲਦਾ ਜੀ। ਅੱਜ ਕੱਲ ਤਾਂ ਜਿਹੜੇ ਆਪਣੇ ਖੂਨ ਦੇ ਰਿਸ਼ਤੇ ਨੇ ਉਹ ਵੀ ਨਹੀਂ 25 ਸਾਲ ਪੁੱਛਦੇ। ਅੱਜ ਕੱਲ ਤਾਂ ਅਸੀਂ ਬਹੁਤ ਸਾਰੀਆਂ ਖਬਰਾਂ ਇਹੋ ਜਿਹੇ ਪੜ੍ਹਦੇ ਆ, ਹਾਲਾਂਕਿ ਸਾਰੇ ਇੱਕੋ ਜਿਹੇ ਨਹੀਂ, ਬਹੁਤ ਸਾਰੇ ਚੰਗੇ ਲੋਕ ਵੀ ਨੇ, ਪਰ ਆਪਾਂ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਪੜ੍ਹੀਆਂ ਜੇ ਚ ਆਪਦੇ ਧੀ ਪੁੱਤ ਉਹੀ ਕਦੀ ਸੜਕ ਤੇ ਛੱਡ ਜਾਂਦੇ ਨੇ, ਕਦੀ ਬਿਰਧ ਆਸ਼ਰਮਾਂ 'ਚ ਛੱਡ ਜਾਂਦੇ ਨੇ, ਕਦੀ ਕਿਤੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ, ਸੇਵਾ ਨਹੀਂ ਕਰਦੇ। ਆ ਉਹਨਾਂ ਨੂੰ ਕਰਨਾ ਜ਼ਿਆਦਾ ਸੌਖਾ। ਮੈਨੂੰ ਨਾ ਇੱਕ ਦਿਨ ਕਿਸੇ ਦਾ ਫੋਨ ਆਇਆ, ਕਹਿੰਦੇ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਹੋਰੀ, ਉਹ ਜਦੋਂ ਕਿਸੇ ਦੇ ਘਰ ਦੇ ਵਿੱਚ ਜਾਂਦੇ ਵੀ ਯਾਰ ਇਹਨਾਂ ਦਾ ਦੇਖੋ ਕੀ ਬਣਿਆ ਪਿਆ, ਇਹਨਾਂ ਨੇ ਇੱਥੇ ਕੀੜੇ ਪਏ ਹੋਏ ਸਮਾਨ ਦੇ ਵਿੱਚ, ਇਹਨਾਂ ਦਾ ਬਹੁਤ ਬੁਰਾ ਹਾਲ ਆ, ਅਸੀਂ ਇਹਨਾਂ ਨੂੰ ਚੱਕ ਕੇ ਆਸ਼ਰਮ ਚਲੇ ਜਾਣਾ। ਉਹ ਮੈਨੂੰ ਕਹਿੰਦੇ ਵੀ ਇਹ ਤਾਂ ਕਰਕੇ ਲਿਜਾਂਦੇ ਹੋਣੇ ਆ ਵੀ ਇਹਨਾਂ ਨੂੰ ਲਾਲਚ ਹੋਊਗਾ ਵੀ ਅਸੀਂ ਇਸ ਘਰ ਨੂੰ ਹਾਸਲ ਕਰ ਲਈਏ। ਮੈਂ ਕਿਹਾ ਉਹ ਪਹਿਲਾਂ ਹੀ ਲਿਖ ਕੇ ਦਿੰਦੇ ਆ ਕਿ ਸਾਡਾ ਇਸ ਘਰ ਦੇ ਨਾਲ, ਇਹਦੀ ਚੱਲ ਅਚਲ ਜਾਇਦਾਦ ਦੇ ਨਾਲ ਕੋਈ ਤਾਲੁਕ ਨਹੀਂ, ਅਸੀਂ ਸਿਰਫ ਸੇਵਾ ਕਰਨ ਦੇ ਲਈ ਇਹਨੂੰ ਲੈ ਕੇ ਜਾ ਰਹੇ ਹਾਂ। ਤੇ ਇਹ ਮੈਂ ਕਿਹਾ ਤੈਨੂੰ ਤਾਂ ਪਤਾ ਲੱਗੂਗਾ ਜੇਕਰ ਤੂੰ ਵੀ 4 ਦਿਨ ਕੱਢੇ ਇਹੋ ਜਿਹੇ ਕੰਮ ਦੇ ਲਈ। ਆਪਾਂ 4 ਮਿੰਟ ਵੀ ਨਹੀਂ ਸੋਚਦੇ, ਜੋ ਮਨ ਦੇ ਵਿੱਚ ਆਉਂਦਾ, ਜੋ ਅਸੀਂ ਸੋਚਦੇ ਆ ਨਾ ਮਨ ਦੇ ਵਿੱਚ, ਮੇਰੇ ਆ ਗਈ ਗੱਲ ਇਹ ਸਹੀ ਆ, ਲਿਖ ਦਿਓ ਚੀਜ਼ ਦੀ। ਜੀ ਸਭ ਤੋਂ ਵੱਡੀ ਚੀਜ਼ ਇਹ ਆ, ਹੁਣ ਆਪਾਂ ਟਾਣਾ ਸਾਹਿਬ ਮਨੁੱਖਤਾ ਦੀ ਸੇਵਾ ਉੱਥੇ ਆਸ਼ਰਮ 'ਚ ਜਾ ਕੇ ਵੀ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ, ਚਾਹੇ ਉਹ ਸਟੂਡੈਂਟਸ ਨੇ ਚਾਹੇ ਵੈਸੇ ਲੋਕ ਨੇ, ਉਹ ਵਲੰਟੀਅਰ ਤੌਰ ਦੇ ਉੱਪਰ ਵੀ ਉੱਥੇ ਆ ਕੇ ਸੇਵਾ ਕਰਦੇ ਨੇ। ਤੇ ਜਿਹਨੂੰ ਸ਼ੱਕ ਆ ਉੱਥੇ ਜਾ ਕੇ ਸੇਵਾ ਕਰਕੇ ਬਹੁਤ ਸਾਰੇ ਹੋਰ ਵੀ ਅਦਾਰੇ ਆ ਜਿੱਥੇ ਕਿ ਬੋਰਡ ਦੇ ਉੱਤੇ ਲਿਖਿਆ ਹੁੰਦਾ ਕਿ ਸਾਨੂੰ ਇੰਨੀ ਖੰਡ ਚਾਹੀਦੀ ਹੈ, ਇੰਨੀ ਦਾਲ ਚਾਹੀਦੀ ਹੈ, ਇੰਨੇ ਕੱਪੜੇ ਚਾਹੀਦੇ ਆ, ਇੰਨੇ ਕੰਬਲ ਚਾਹੀਦੇ ਆ, ਇੰਨੇ ਮੰਜੇ ਚਾਹੀਦੇ ਆ, ਇੰਨੀਆਂ ਲੱਕੜਾਂ ਚਾਹੀਦੀਆਂ, ਇੰਨਾ ਆਹ ਸਮਾਨ ਚਾਹੀਦਾ, ਤੇ ਇੱਕ ਫਲਾਣੇ ਮਰੀਜ਼ ਦਾ ਫਲਾਣੇ ਹਸਪਤਾਲ ਦੇ ਵਿੱਚ ਇੰਨਾ ਬਿੱਲ ਪਿਆ, ਤੁਸੀਂ ਸਿੱਧਾ ਜਾ ਕੇ ਉੱਥੇ ਦਿਓ, ਸਾਨੂੰ ਪੈਸੇ ਨਾ ਦਿਓ, ਇੱਥੇ ਸਿਰਫ ਇਸ ਸਮਾਨ ਦੀ ਜ਼ਰੂਰਤ ਆ। ਦੇਣਾ ਆਪਾਂ ਉੱਥੇ ਕੁਝ ਹੈ ਨਹੀਂ, ਤੇ ਆਪਣੀ ਨਜ਼ਰ ਦੇ ਵਿੱਚ ਸਾਰੇ ਚੋਰ ਆ। ਮਤਲਬ ਇਹ ਵੀ ਸਾਡੇ ਮਨ ਦੇ ਵਿੱਚ ਚੋਰ ਆ। ਬਿਲਕੁਲ, ਮਤਲਬ ਹੈਰਾਨੀ ਹੁੰਦੀ ਹੈ ਇਹੋ ਜਿਹੇ ਲੋਕਾਂ ਦੇ ਉੱਪਰ। ਉਹਨਾਂ ਨੇ ਆਪ ਨਹੀਂ ਕੁਝ ਕਰਨਾ ਹੁੰਦਾ, ਪਰ ਜੇ ਕੋਈ ਕਰ ਰਿਹਾ ਤਾਂ ਉਹ ਚ ਨਗੋਚ ਜ਼ਰੂਰ ਕੱਢਣੀ ਹੁੰਦੀ ਹੈ ਕਿ ਲੈ ਇਹ ਤਾਂ ਫਲਾਣੇ ਲਾਲਚ ਨੂੰ ਲੱਗਿਆ। ਚਲੋ ਜੇ 1 ਸੈਕਿੰਡ ਲਈ ਮੰਨ ਵੀ ਲਈਏ ਕਿ ਅਗਲਾ ਫਲਾਣੇ ਲਾਲਚ ਨੂੰ ਲੱਗਿਆ ਹੈ, ਤੇ ਆਪਾਂ ਲੱਗ ਜਾਈਏ, ਆਪਾਂ ਵੀ ਉਹ ਲਾਲਚ ਕਰੀਏ, ਆਪਾਂ ਵੀ 5-7 ਦੁਖਿਆਰੇ ਬੰਦੇ ਆਪਦੇ ਘਰ ਦੇ ਵਿੱਚ ਰੱਖੀਏ, ਆਪਣੇ ਹੱਥ ਪੈਰ ਬੰਨੇ ਥੋੜੀ ਹੈ ਕਿਸੇ ਨੇ, ਆਪਾਂ ਵੀ ਉਹ ਕੰਮ ਦੇ ਵਿੱਚ ਲੱਗ ਜਾਈਏ ਤਾਂ ਜੋ ਆਪਾਂ ਨੂੰ ਵੀ ਫਾਇਦਾ ਹੋ ਜਾਵੇ। ਬਿਲਕੁਲ ਸਹੀ। ਟਾਣਾ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਮੱਧ ਪ੍ਰਦੇਸ਼ ਦੀ। ਮੱਧ ਪ੍ਰਦੇਸ਼ ਦੇ ਵਿੱਚ ਪਿੰਡ ਜ਼ਿਲ੍ਹਾ, ਉੱਥੋਂ ਦੇ ਇੱਕ ਕਿਸਾਨ, ਮੈਨੂੰ ਸਮਝ ਨਹੀਂ ਆਈ ਕਿ ਇਹ ਭਾਈ ਸਾਹਿਬ ਨੂੰ ਹੋ ਕੀ ਗਿਆ। ਇਹਨਾਂ ਦਾ ਨਾਮ ਹੈਗਾ ਬਾਬੂ ਲਾਲ ਜਾਟਵ ਸਾਹਿਬ ਜੀ। ਇਹਨਾਂ ਦੀ ਮੱਝ ਦੁੱਧ ਨਹੀਂ ਸੀ ਦਿੰਦੀ, ਮੱਝ ਜਿਹੜੀ ਹੈ ਉਹ ਦੁੱਧ ਨਹੀਂ ਸੀ ਦਿੰਦੀ, ਹਟ ਜਾਂਦੀਆਂ। ਹਾਂਜੀ, ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ। ਤਾਂ ਤੁਸੀਂ ਸੋਚੋ ਇਹ ਬੰਦੇ ਨੇ ਕੀ ਕੀਤਾ ਹੋਊਗਾ। ਨਹੀਂ, ਜੇ ਮੱਝ ਹੁਣ ਦੁੱਧ ਦੇਣੋਂ ਹਟ ਗਈ, ਪਸ਼ੂ ਨਹੀਂ ਦੁੱਧ ਦਿੰਦਾ, ਦੁੱਧ ਚੋਣ ਨਹੀਂ ਦਿੰਦੀ, ਹਾਂ, ਤੇ ਫਿਰ ਉਹਦੇ ਪਿੱਛੇ ਕੀ ਉਹਨੂੰ ਅਸੀਂ ਤਾਂ ਧੂੜਾ ਪਾਉਂਦੇ ਹੁੰਦੇ ਸੀ ਵੀ ਭਾਈ ਉਹਦਾ ਧਿਆਨ ਉਧਰ ਕੇਂਦਰਿਤ ਰਵੇ। ਜਾਂ ਕੋਈ, ਮੈਨੂੰ ਨਹੀਂ ਲੱਗਦਾ ਵੀ ਕੋਈ ਇਦਾਂ ਦੀ ਗੱਲ ਹੋਊਗੀ ਜਿਹੜੇ ਲੋਕ ਟੀਕਾ ਲਾ ਕੇ ਚਾਹੁੰਦੇ ਉਹਦੇ ਮੈਂ ਹੱਕ 'ਚ ਨਹੀਂਗਾ। ਸੋ
ਪਤਾ ਨਹੀਂ ਕੀ ਕਾਰਨ ਹੋ ਜੀ ਸਕਦਾ। ਬੰਦਾ ਵੱਧ ਤੋਂ ਵੱਧ ਕਿਸੇ ਡਾਕਟਰ ਦੇ ਨਾਲ ਸੰਪਰਕ ਕਰੂਗਾ ਕਿ ਡਾਕਟਰ ਸਾਹਿਬ ਆ ਕੇ ਵੇਖਣ ਵੀ ਕੀ ਸਮੱਸਿਆ ਹੈ ਤੇ ਉਹਦਾ ਹੱਲ ਕਰਦੇ ਹੈ। ਇਹ ਭਾਈ ਸਾਹਿਬ ਆਪਦੀ ਮੱਝ ਲੈ ਕੇ ਥਾਣੇ ਚਲ ਗਏ, ਉੱਥੇ ਜਾ ਕੇ ਰਿਪੋਰਟ ਲਿਖਾਤੀ, ਕਹਿੰਦੇ ਮੇਰੀ ਮਦਦ ਕਰੋ, ਮੇਰੀ ਮੱਝ ਤਾਂ ਦੁੱਧ ਨਹੀਂ ਦਿੰਦੀ। ਮੱਧ ਪ੍ਰਦੇਸ਼ ਦੀ ਪੁਲਿਸ ਭਾਵੇਂ ਬੰਦੇ ਦੇ ਕਹੇ ਤੇ ਕਿਸੇ ਦੀ ਮਦਦ ਨਾ ਕਰੇ, ਪਰ ਉਹ ਬੰਦੇ ਦੇ ਕਹੇ ਦੇ ਉੱਤੇ ਮੱਝ ਖਿਲਾਫ ਕਾਰਵਾਈ ਜ਼ਰੂਰ ਕਰੂਗੀ। ਜੀ ਉਹ ਤੁਸੀਂ ਵੇਖੋ ਵੀ ਉਲਟਾ ਉੱਥੋਂ ਦੇ ਜਿਹੜੇ ਕਹਿ ਲੋ ਵੀ ਸਾਰੇ ਸੀਗੇ ਪੁਲਿਸ ਵਾਲੇ, ਉਹਦੇ ਵਿੱਚੋਂ ਜਿਹੜੇ ਥਾਣੇਦਾਰ ਸਾਹਿਬ ਉਹ ਸਿਆਣੇ ਸੀ, ਉਹਨਾਂ ਨੇ ਹਾਰ ਕੇ ਇੱਕ ਡੰਗਰ ਡਾਕਟਰ ਨੂੰ ਸੱਦਿਆ ਤੇ ਡੰਗਰ ਡਾਕਟਰ ਨੇ ਆ ਕੇ ਤੇ ਉਹਨੂੰ ਕੁਝ ਕੁ ਟਿਪਸ ਦੱਸੇ, ਕੁਝ ਕੁ ਤਰੀਕੇ ਦੱਸੇ ਵੀ ਇਦਾਂ ਇਦਾਂ ਤੂੰ ਮੱਝ ਦੀ ਧਾਰ ਕੱਢ ਸਕਦਾ ਹੈ। ਤੇ ਉਸ ਤੋਂ ਬਾਅਦ ਵਿੱਚ ਉਹਨੇ ਉਹ ਕੋਸ਼ਿਸ਼ ਕੀਤੀ ਤੇ ਸੱਚੀ ਮੱਝ ਨੇ ਦੁੱਧ ਦੇ ਦਿੱਤਾ। ਅਗਲੇ ਦਿਨ ਫੇਰ ਮੱਝ ਲੈ ਕੇ ਉਹ ਥਾਣੇ ਆ ਗਿਆ, ਕਹਿੰਦਾ ਮੈਂ ਤੁਹਾਡਾ ਧੰਨਵਾਦ ਕਰਨਾ, ਤੁਹਾਡੇ ਕਰਕੇ ਮੇਰੀ ਮੱਝ ਦੁੱਧ ਦੇਣ ਲੱਗ ਗਈ। ਨਹੀਂ ਚਲੋ ਦੇਖੋ ਗੱਲ ਇਹ ਆ ਵੀ ਬੰਦੇ ਦੇ ਮਨ ਦੀ ਅਵਸਥਾ, ਜੀ। ਪਰ ਮੈਂ ਜਿੰਨੀ ਖਬਰ ਪੜ੍ਹੀ ਹੈ ਕਹਿੰਦੇ ਵੀ ਇਹ ਬੰਦਾ ਭੋਲਾ ਬਹੁਤ ਆ। ਭੋਲਾ ਬਹੁਤ ਹੈ ਜੀ। ਇਹਨੂੰ ਕਿਸੇ ਨੇ ਸ਼ਰੀਕੇ ਭਾਈਚਾਰੇ ਚੋਂ ਇਹ ਗੱਲ ਕਹਿਤੀ, ਉਹਨੇ ਤਾਂ ਵੈਸੇ ਹੀ ਕਿਹਾ ਵੀ ਐਂ ਕਰ ਥਾਣੇ ਸ਼ਿਕਾਇਤ ਕਰ ਦੇ ਇਹਦੇ ਬਾਰੇ। ਇਹ ਮੱਝ ਲੈ ਕੇ ਥਾਣੇ ਪਹੁੰਚ ਗਿਆ। ਇਹ ਬੰਦੇ ਦੇ ਭੋਲੇਪਣ ਦੀ ਇੱਕ ਨਿਸ਼ਾਨੀ ਹੈ। ਇਹ ਕੋਈ ਸਿੱਧਰਾ ਨਹੀਂਗਾ, ਇਹਦਾ ਮਾਨਸਿਕ ਸੰਤੁਲਨ ਕੋਈ ਗਵਾਚਿਆ ਨਹੀਂਗਾ। ਇਹ ਸਭ ਕੁਝ ਠੀਕ ਆ, ਪਰ ਲੋਕ ਭੋਲੇਪਣ ਦਾ ਫਾਇਦਾ ਬਹੁਤ ਚੁੱਕਦੇ ਆ, ਜਿਹਦੇ ਵਿੱਚੋਂ ਇੱਕ ਇਹ ਖਬਰ ਨਿਕਲ ਕੇ ਆਈ। ਬਿਲਕੁਲ, ਤੇ ਤੁਸੀਂ ਵੇਖੋ ਕਿ ਲੋਕ ਜਿਹੜੇ ਨੇ ਮਤਲਬ ਇੱਥੋਂ ਇਹ ਪਤਾ ਲੱਗਦਾ ਕਿ ਸਹੀ ਰਾਏ ਪਾਉਣ ਵਾਲੇ ਕਿੰਨੇ ਕੁ ਨੇ ਦੁਨੀਆ ਦੇ ਵਿੱਚ। ਵੀ ਇਹੀ ਗੱਲ ਜੇਕਰ ਉਹ ਬੰਦਾ ਸਲਾਹ ਦੇਣ ਵਾਲਾ ਉਹਨੂੰ ਕਹਿ ਦਿੰਦਾ ਵੀ ਤੂੰ ਕਿਸੇ ਡਾਕਟਰ ਨਾਲ ਸੰਪਰਕ ਕਰ ਲੈ, ਕਿਸੇ ਡੰਗਰ ਡਾਕਟਰ ਨੂੰ ਬੁਲਾ ਲੈ, ਤਾਂ ਸ਼ਾਇਦ ਉੱਥੇ ਹੀ ਮਸਲਾ ਹੱਲ ਹੋ ਜਾਂਦਾ ਹਨਾ। ਤੇ ਤੁਸੀਂ ਵੇਖੋ ਵੀ ਇਦਾਂ ਦੀ ਪੁੱਠੀ ਸਲਾਹ ਦਿੱਤੀ ਤਾਂ ਉਹ ਵੀ ਮੱਝ ਲੈ ਕੇ ਥਾਣੇ ਪਹੁੰਚ ਗਿਆ। ਬਿਲਕੁਲ ਸਹੀ ਗੱਲ ਆ ਜੀ। ਸੋ ਬਹੁਤ ਕੁਝ ਵਾਪਰਦਾ ਇਸ ਦੁਨੀਆ ਦੇ ਵਿੱਚ, ਬੰਦਾ ਕਈ ਵਾਰ ਸੋਚਦਾ ਨਹੀਂ ਆ ਵੀ ਆਹ ਕੁਝ ਵੀ ਹੋ ਸਕਦਾ ਹੈ ਨਾ। ਕਦੀ ਇੱਥੇ ਬੱਕਰੀ ਜਿਹੜੀ ਹੈ ਉਹਨੂੰ ਥਾਣੇ ਲੈ ਜਾਂਦੇ ਨੇ, ਉਹ ਮਸਲੇ ਚਾਹੇ ਹੋਰ ਹੁੰਦੇ ਨੇ। ਪਾਕਿਸਤਾਨ ਦੇ ਵਿੱਚ ਇੱਕ ਦਰਖਤ ਨੂੰ ਸੰਗਲਾਂ ਨਾਲ ਬੰਨਿਆ ਹੋਇਆ ਜੀ, ਫਿਰ ਉਹ ਗੋਰਿਆਂ ਦੇ ਵੇਲੇ ਦਾ, ਅੰਗਰੇਜ਼ਾਂ ਦੇ ਜ਼ਮਾਨੇ ਦਾ ਉਹਨੂੰ ਦਰਖਤ ਨੂੰ ਸੰਗਲਾਂ ਨਾਲ ਬੰਨਿਆ ਹੋਇਆ। ਕੋਈ ਕਹਿੰਦੇ ਵੀ ਉਹ ਪੀ ਕੇ ਜਿਹੜਾ ਅਫਸਰ ਆ ਤੇ ਉਹ ਉੱਥੇ ਤੁਰਿਆ ਫਿਰਦਾ ਸੀ ਤੇ ਉਹਨੂੰ ਲੱਗਦਾ ਸੀ ਕਿ ਇਹ ਜਿਹੜਾ ਰੁੱਖ ਆ ਇਹ ਵੀ ਮੇਰੇ ਨਾਲ ਨਾਲ ਤੁਰ ਰਿਹਾ ਜਾਂ ਮੇਰੇ ਉੱਤੇ ਡਿੱਗ ਜਾਊਗਾ, ਤੇ ਇਸ ਲਈ ਉਹਨੂੰ ਸੰਗਲਾਂ ਦੇ ਨਾਲ ਬੰਨ੍ਹ ਦਿੱਤਾ ਤੇ ਉਹ ਅਜੇ ਤੱਕ ਬੰਨਿਆ ਹੋਇਆ ਹੈ ਨਾ। ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਨੇ। ਕਦੀ ਆਪਾਂ ਪੜ੍ਹਿਆ ਸੀ ਵੀ ਇੱਕ ਕੁੱਕੜ ਹੈ, ਉਹਨੂੰ ਲੈ ਕੇ ਜੇਲ੍ਹ ਦੇ ਵਿੱਚ ਬੰਦ ਕਰਤਾ ਸੀ ਥਾਣੇਦਾਰ ਹੋਰਾਂ ਨੇ। ਸੋ ਕਈ ਖਬਰਾਂ ਆਉਂਦੀਆਂ ਨੇ। ਬਿਲਕੁਲ ਸਹੀ ਗੱਲ ਹੈ ਜੀ। ਤੇ ਆਪਾਂ ਹੁਣ ਕਰਕੇ ਸਮਾਪਤੀ। ਤੇ ਸਾਡੇ ਜਿਹੜੇ ਦਰਸ਼ਕ ਨੇ ਸੂਝਵਾਨ, ਉਹਨਾਂ ਨੂੰ ਇੱਕ ਬੇਨਤੀ ਹੈ ਕਿ ਤੁਹਾਡਾ ਡਾਕਟਰੀ ਇਲਾਜ ਪ੍ਰਣਾਲੀ ਦੇ ਨਾਲ ਕਿਵੇਂ ਦਾ ਵਾਹ ਪਿਆ ਜੀ, ਤੇ ਨਿੱਜੀ ਹਸਪਤਾਲਾਂ ਦੇ ਵਿੱਚ ਕਿਵੇਂ ਕੁਝ ਹੋਇਆ, ਤੇ ਕੀ ਤੁਸੀਂ ਇਲਾਜ ਕਰਵਾਉਣ ਦੇ ਸਮਰੱਥ ਸੀ ਉਸ ਵੇਲੇ ਜਾਂ ਨਹੀਂ, ਇਹਦੇ ਬਾਬਤ ਆਪਦੇ ਕੀਮਤੀ ਵਿਚਾਰ ਜ਼ਰੂਰ ਦਿਓ, ਤਾਂ ਜੋ ਇਹ ਰਾਏ ਹੋਰ ਪ੍ਰਚੰਡ ਹੋ ਜੇ, ਹੋਰ ਪੱਕੀ ਹੋ ਜੇ ਵੀ ਭਾਈ ਇਦਾਂ ਸਮੁੱਚੇ ਪੰਜਾਬ ਦੇ ਲੋਕਾਂ ਨਾਲ ਹੋ ਰਿਹਾ ਤੇ ਕਿਵੇਂ ਹੋ ਰਿਹਾ। ਤੇ ਸਰਕਾਰੀ ਹਸਪਤਾਲਾਂ ਬਾਰੇ ਵੀ ਜ਼ਰੂਰ ਲਿਖਿਓ, ਕਿਉਂਕਿ ਅਸੀਂ ਹਰ ਰੋਜ਼ ਖਬਰਾਂ ਪੜ੍ਹਦੇ ਆ ਕਿ ਸਰਕਾਰੀ ਹਸਪਤਾਲ ਆਪਦਾ ਨਿੱਜੀ ਤਜਰਬਾ, ਆਪਦੇ ਪਰਿਵਾਰ ਦਾ। ਇੱਕ ਤਾਂ ਹੁੰਦੇ ਵੀ ਕਈ ਸੁਣੀ ਗੱਲ, ਇੱਕ ਜੋ ਆਪ ਜਾ ਕੇ ਦੇਖਿਆ, ਆਪਣੇ ਤਨ ਤੇ ਹੰਡਾਇਆ, ਆਪਦੇ ਭੈਣ ਭਾਈ ਮਾਪਿਆਂ ਬੱਚਿਆਂ ਦੇ ਬਾਬਤ ਸੁਣਿਆ ਦੇਖਿਆ, ਉਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਵੀ ਕਿਵੇਂ ਨਿੱਜੀ ਹਸਪਤਾਲ 'ਚ ਦੇਖਿਆ ਤੇ ਕਿਵੇਂ ਸਰਕਾਰੀ ਹਸਪਤਾਲ 'ਚ ਵੇਖਿਆ। ਜੀ ਬਿਲਕੁਲ, ਤੁਹਾਡੀ ਪ੍ਰਤੀਕਿਰਿਆ ਦੀ ਜ਼ਰੂਰ ਸਾਨੂੰ ਉਡੀਕ ਰਹੇਗੀ। ਤੇ ਬਾਕੀ ਹੁਣ ਅਸੀਂ ਫਿਲਹਾਲ ਪ੍ਰੋਗਰਾਮ ਸਮੇਟਦੇ ਹਾਂ, ਜਾਣਦਾ ਹੋ ਗਿਆ ਵੇਲਾ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।